ਇੰਨੀ ਘਰ ਦੇ ਵਿੱਚ ਪਰੇਸ਼ਾਨੀ, ਇੰਨਾ ਦੁੱਖ ਦੇਣ ਵਾਲੇ ਹੋਣ, ਸਾਰੇ ਪਾਸੇ ਅੱਗ ਦੀਆਂ ਲਾਟਾਂ ਬਲਦੀਆਂ ਹੋਣ, ਪਰ ਇੱਕ ਸ਼ਾਂਤੀ ਦੇ ਸਮੁੰਦਰ ਗੁਰੂ ਅਰਜਨ ਦੇਵ ਜੀ ਇੰਨੀ ਸ਼ਾਂਤੀ 'ਚ ਰਹਿ ਕੇ ਤੇ ਉਹ ਵੀ ਗੁਰਬਾਣੀ ਰਚ ਰਹੇ ਹੋਣ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧੁਰੋਂ ਆਈ ਹੈ। ਇਹ ਧੁਰੋਂ ਬਾਣੀ ਆਈ ਦੇ ਵਿੱਚ ਕਿਸੇ ਮਨੁੱਖ ਦੀ ਸਿਫਤ ਨਹੀਂ ਹੋ ਸਕਦੀ, ਇਹਦੇ ਵਿੱਚ ਕੇਵਲ ਉਸ ਰੱਬ ਅੱਲਾ ਵਾਹਿਗੁਰੂ ਦੀ ਸਿਫਤ ਹੋ ਸਕਦੀ ਹੈ। ਤੇ ਮਾਰੇ ਕਹਿਣ ਲੱਗੇ ਬਾਬਾ ਜੀ ਇਸ ਜਿਹੜੀ ਸ੍ਰੀ ਸਾਹਿਬ ਬਣਾ ਦਿੱਤੀ ਇਹ ਪੀਰੀ ਦੀ ਹੈ, ਇਹ ਭਗਤੀ ਦੀ ਹੈ, ਹੁਣ ਸਾਨੂੰ ਇੱਕ ਹੋਰ ਸ੍ਰੀ ਸਾਹਿਬ ਲਿਆਓ ਜਿਹੜੀ ਸ਼ਕਤੀ ਦੀ। ਕਿਤਾਬਾਂ ਦਾ ਗਿਆਨ ਜਿਹੜਾ ਉਹ ਇੱਕ ਟੈਂਕੀ ਦਾ ਪਾਣੀ ਹੈ, ਜਿਹੜੀ ਕਿਸੇ ਕਮਾਈ ਵਾਲੇ ਮਹਾਂਪੁਰਸ਼ਾਂ ਦੇ ਅੰਦਰੋਂ ਗੱਲ ਨਿਕਲੀ ਹੋਈ ਹੈ ਉਹ ਇੱਕ ਜਿਹੜਾ ਸੋਮੇ ਦਾ ਪਾਣੀ ਹੈ। ਉਹ ਤਾਂ ਸਾਡੇ ਗੁਰੂ ਸਾਹਿਬ ਸਨ, ਕਿਤੇ ਸਿੱਖ ਵੀ ਚਲਾ ਜਾਂਦਾ। ਅੱਜ ਵੇਖੋ ਦੇਸਾਂ ਪ੍ਰਦੇਸਾਂ ਵਿੱਚ ਉਹ ਬਾਬੇ ਗੁਰੂ ਨਾਨਕ ਦਾ ਚਲਾਇਆ ਹੋਇਆ 20 ਰੁਪਈਆਂ ਦਾ ਲੰਗਰ ਦਿਨ ਰਾਤ ਚੱਲਦਾ, ਨਿਰੰਤਰ ਚੱਲਦਾ। ਕਿਤੇ ਹੜ੍ਹ ਆ ਜਾਣ, ਕਿਤੇ ਪਾਣੀ ਆ ਜਾਵੇ, ਕਿਤੇ ਆਫਤ ਆ ਜਾਵੇ, ਆ ਗੁਰੂ ਨਾਨਕ ਦੇ ਸਿੱਖ ਉੱਥੇ ਵੀ ਲੰਗਰ ਲਾਉਂਦੇ। ਆਹ ਵੇਖੋ ਤੁਸੀਂ ਕਿਸਾਨ ਮੋਰਚਾ ਲੱਗਾ, ਨਾਲੇ ਲੰਗਰ ਲਾਇਆ, ਨਾਲੇ ਉਹਨਾਂ ਨੂੰ ਲੰਗਰ ਛਕਾਉਂਦੇ, ਨਾਲੇ ਉਹਨਾਂ ਤੋਂ ਡਾਂਗਾ ਖਾਂਦੇ। ਮਹਾਰਾਜ ਨੇ ਰਾਤੋਂ ਰਾਤ 52 ਕਲੀਆਂ ਵਾਲਾ ਚੋਲਾ ਛਵਾ ਕੇ 52 ਦੇ 52 ਰਾਜੇ ਰਿਹਾ ਕਰਵਾਏ। ਜਿਵੇਂ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤਸਰ ਪਹੁੰਚਣ ਦੇ ਲੱਖਾਂ ਸੰਗਤਾਂ ਨੇ ਘਿਓ ਦੇ ਦੀਪਮਾਲਾ ਕੀਤੀ ਸੀ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਸਾਡੇ ਕੋਲ ਇਸ ਸਾਲ ਬਹੁਤ ਹੀ ਮਹੱਤਵਪੂਰਨ ਤਿਉਹਾਰ ਆ ਰਿਹਾ ਹੈ, 400 ਸਾਲਾ ਬੰਦੀ ਛੋੜ ਦਿਵਸ। ਸਿੱਖਾਂ ਦੇ ਵਾਸਤੇ ਬਹੁਤ ਹੀ ਮਹਾਨਤਾ ਇਸ ਪੁਰਬ ਨੂੰ ਮਨਾਉਣ ਵਾਸਤੇ, ਪਰ ਕਈ ਵਾਰੀ ਅਸੀਂ ਜਾਣੇ ਅਣਜਾਣੇ ਵਿੱਚ ਇਸ ਦੀ ਬੈਕਗਰਾਉਂਡ ਨੂੰ ਪਤਾ ਨਹੀਂ ਲੱਗਦਾ ਕਿ ਇਸ ਬੰਦੀ ਛੋੜ ਦਾ ਅਰਥ ਕੀ ਹੈ, ਕਿਉਂਕਿ ਜ਼ਿਆਦਾਤਰ ਅਸੀਂ ਨੂੰ ਦੀਵਾਲੀ ਕਹਿ ਕੇ ਹਲਕੇ ਭਾਵ ਵਿੱਚ ਲੈ ਕੇ ਅਸੀਂ ਮਨਾਉਂਦੇ ਹਾਂ, ਪਰ ਉਹ ਬੰਦੀ ਛੋੜ ਦਿਵਸ ਇਹਦਾ ਇਤਿਹਾਸ ਕੀ, ਇਹਦਾ ਪਿਛੋਕੜ ਕੀ ਹੈ। ਅੱਜ ਅਸੀਂ ਇਸ ਬੰਦੀ ਛੋੜ ਦਿਵਸ ਦੇ ਉੱਪਰ ਗੱਲ ਕਰਾਂਗੇ। ਬੰਦੀ ਛੋੜ ਦਿਵਸ ਸਾਡੀ 6ਵੀਂ ਪਾਤਸ਼ਾਹੀ ਦੇ ਨਾਲ ਸੰਬੰਧਿਤ ਹੈ। ਇਹਦਾ ਪਿਛੋਕੜ ਇਤਿਹਾਸ ਕੀ ਹੈ, ਕਿਉਂ ਬੰਦੀ ਛੋੜ ਅਸੀਂ ਸਿੱਖ ਮਨਾਉਂਦੇ ਹਾਂ, ਇਹਦੇ ਕਾਰਨ ਕੀ ਨੇ, ਕਈ ਗੱਲਾਂ ਇਹਦੇ ਵਿੱਚ ਕਰਨ ਵਾਲੀਆਂ ਨੇ। ਅੱਜ ਇਸ ਬੰਦੀ ਛੋੜ ਦਿਵਸ ਦੇ ਉੱਪਰ ਸਾਡੇ ਨਾਲ ਗੱਲ ਕਰਨਗੇ ਸਿੰਘ ਸਾਹਿਬ ਗਿਆਨੀ ਗੁਰਮੀਤ ਸਿੰਘ ਜੀ, ਜੋ ਬਰਮਿੰਘਮ ਵਿਖੇ ਰਹਿੰਦੇ ਨੇ। ਇਹਨਾਂ ਦੀਆਂ ਬਹੁਤ ਜ਼ਿਆਦਾ ਸੇਵਾਵਾਂ ਨੇ, ਇਹ ਗੁਰਮਤ ਦੇ ਆਧਾਰ 'ਤੇ ਸੇਵਾ ਕਰਦੇ ਨੇ। ਬਹੁਤ ਵੱਡੀਆਂ ਸੇਵਾਵਾਂ ਵਿੱਚ ਇਹਨਾਂ ਦਾ ਹਿੱਸਾ ਯੋਗਦਾਨ ਪਾਇਆ ਜਾਂਦਾ ਹੈ, ਕਿਉਂਕਿ ਇਹ ਸਤਿਕਾਰਯੋਗ ਹਨ, ਸਿੰਘ ਸਾਹਿਬ ਹਨ। 5 ਪਿਆਰਿਆਂ 'ਚੋਂ ਇਹਨਾਂ ਦਾ ਕਾਫੀ ਨਾਮ ਵੀ ਆਉਂਦਾ ਹੈ। ਇਹ ਕਈ ਥਾਵਾਂ 'ਤੇ ਜਾ ਕੇ ਅੰਮ੍ਰਿਤ ਸੰਚਾਰ ਵੀ ਕਰਾਉਂਦੇ ਨੇ ਬੱਚਿਆਂ ਨੂੰ। ਖਾਸ ਕਰਕੇ ਗੱਲ ਕਰਾਂ ਕੈਂਪਾਂ ਦੇ ਵਿੱਚ ਬੱਚਿਆਂ ਨੂੰ ਉੱਥੇ ਜਾ ਕੇ ਗੁਰਮਤ ਦੇ ਨਾਲ ਜੋੜਨਾ, ਮੂਲ ਮੰਤਰ ਦੇ ਨਾਲ ਜੋੜ ਕੇ ਬੱਚਿਆਂ ਨੂੰ ਅੰਮ੍ਰਿਤ ਸੰਚਾਰ ਕਰਵਾਉਂਦੇ ਸਨ ਤੇ ਬੱਚਿਆਂ ਦੇ ਦਿਲਾਂ ਦੇ ਵਿੱਚ ਗੁਰੂ ਦੇ ਪ੍ਰਤੀ ਬਹੁਤ ਪਿਆਰ। ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ, ਉਹ ਵੀ ਸਾਰੇ ਗੁਰੂ ਦੇ ਨਾਲ ਜੁੜੇ ਹੋਏ ਹਨ। ਸੇਵਾ ਸਿਮਰਨ ਆਪ ਹੀ ਬਹੁਤ ਜ਼ਿਆਦਾ ਸੇਵਾ ਸਿਮਰਨ ਕਰਨ ਵਾਲੇ ਹਨ। ਸਿੰਘ ਸਾਹਿਬ ਜੀ ਨੇ ਕਾਫੀ ਸੇਵਾਵਾਂ ਕੀਤੀਆਂ ਹਨ ਆਪਣੇ ਪਿਛੋਕੜ ਸਮੇਂ ਦੇ ਵਿੱਚ। ਅੱਜ ਅਸੀਂ ਸਿੰਘ ਸਾਹਿਬ ਜੀ ਨੂੰ ਸਭ ਤੋਂ ਪਹਿਲਾਂ ਪੰਜਾਬੀ ਵਿਰਾਸਤ ਤੇ USA ਚੈਨਲ 'ਤੇ ਆਪਾਂ ਇਹਨਾਂ ਨੂੰ ਗੁਰਫਤਿਹ ਦੀ ਸਾਂਝ ਬੁਲਾਵਾਂਗੇ ਅਤੇ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਆਓ ਮਿਲੀਏ ਸਿੰਘ ਸਾਹਿਬ ਗਿਆਨੀ ਗੁਰਮੀਤ ਸਿੰਘ ਜੀ ਖਾਲਸਾ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੰਜਾਬੀ ਵਿਰਾਸਤ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਆਪ ਜੀ ਨੇ ਆਪਣਾ ਬੇਸ਼ੁਮਾਰ ਕੀਮਤੀ ਸਮਾਂ ਬਖਸ਼ਿਸ਼ ਕੀਤਾ। ਥੈਂਕ ਯੂ। ਮੈਂ ਆਪ ਜੀ ਨੂੰ ਪੰਜਾਬੀ ਵਿਰਾਸਤ USA ਤੇ ਆਪ ਜੀ ਨੂੰ ਸੋ ਜੀ ਆਇਆਂ ਕਹਿਣਾ, ਜਿਨ੍ਹਾਂ ਨੇ ਸਾਨੂੰ ਇੱਕ ਅਣਜਾਣ ਜਿਹੇ ਵਿਅਕਤੀ ਨੂੰ ਸਮਾਂ ਬਖਸ਼ਿਆ ਸੋ ਕੁਝ ਕਹਿਣ ਦਾ। ਸੋ ਮੈਂ ਆਪ ਜੀ ਦਾ ਧੰਨਵਾਦ ਕਰਦਾ, ਔਰ ਆਪ ਜੀ ਦੇ ਜਿੰਨੇ ਵੀ ਸਰੋਤੇ ਹਨ ਸਾਰਿਆਂ ਸਰੋਤਿਆਂ ਨੂੰ ਮੈਂ ਆਪਣੇ ਵੱਲੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਪੋਤਰੇ, ਸ਼ਹੀਦ ਪਿਤਾ ਦੇ ਸਪੁੱਤਰ, ਸ਼ਹੀਦ ਸਪੁੱਤਰਾਂ ਦੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਤੇ ਆਪ ਜੀ ਤੋਂ ਅਸੀਸ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੰਘ ਸਾਹਿਬ ਜੀ, ਇਹ ਸਾਲ ਸਾਡੇ ਵਾਸਤੇ ਬਹੁਤ ਹੀ ਭਾਗਾਂ ਭਰਿਆ ਹੈਗਾ। ਇਸ ਸਾਲ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ 400 ਸਾਲਾ ਸ਼ਤਾਬਦੀ ਬੰਦੀ ਛੋੜ ਦਿਵਸ ਮਨਾ ਜਾ ਰਹੇ ਹਾਂ। ਆਪ ਜੀ ਥੋੜਾ ਜਿਹਾ ਇਹਦੇ ਉੱਪਰ ਚਾਨਣਾ ਪਾਓ ਜੀ ਕਿ ਬੰਦੀ ਛੋੜ ਦਾ ਅਸਲੀ ਅਰਥ ਕੀ ਹੈਗਾ। ਜੀ ਸੋ
ਅਸੀਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਇਹ ਜੀਵਨ ਬਖਸ਼ਿਆ ਹੈ। ਭਈ ਪ੍ਰਾਪਤ ਮਾਨੁਖ ਦੇ ਹੋਈਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਜੀ। ਤੇ ਸਾਡੀ ਜ਼ਿੰਦਗੀ ਵਿੱਚ ਮਹਾਰਾਜ ਨੇ ਸਾਨੂੰ 400 ਸਾਲਾ ਬੰਦੀ ਛੋੜ ਦਿਵਸ ਜੋ ਬਖਸ਼ਿਸ਼ ਕੀਤਾ ਹੈ, ਤੇ 500 ਸਾਲੇ ਨੂੰ ਅਸੀਂ ਨਹੀਂ ਹੋਵਾਂਗੇ। ਬਿਲਕੁਲ ਜੀ। ਸੋ ਸਾਡੇ ਪੁੱਤ ਪੋਤਰੇ ਜ਼ਰੂਰ ਸੋ ਇਹ ਦਿਨ ਵੇਖਣਗੇ, ਤੇ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ ਹੈ ਜੋ ਅਸੀਂ ਹਰ ਸਾਲ ਸੋ ਇਸ ਦਿਵਸ ਨੂੰ ਮਨਾਉਂਦੇ ਹਾਂ। ਬੰਦੀ ਛੋੜ ਦਿਵਸ ਹੈ, ਪਰ ਜਿਸ ਤਰ੍ਹਾਂ ਆਪ ਜੀ ਹੁਣੇ ਕਹਿ ਰਹੇ ਸੀ, ਜਿਹਨੂੰ ਆਮ ਲੋਕਾਂ ਦੇ ਸੋ ਜਿਹਨੂੰ ਦੀਵਾਲੀ ਕਹਿ ਕਰਕੇ ਤੇ ਇਸ ਦਿਹਾੜੇ ਨੂੰ ਮਨਾਇਆ ਜਾਂਦਾ ਹੈ ਜੀ। ਚਲੋ ਦੀਪਾਂ ਵਾਲੀ ਦੀਵਾਲੀ ਕੀ ਰਾਤ ਦੀਵੇ ਬਾਦੀਨ ਭਾਈ ਗੁਰਦਾਸ ਜੀ ਨੇ ਵੀ ਫਰਮਾਇਆ ਹੈ ਜੀ। ਤੇ ਇਸ ਦਿਨ ਨੂੰ ਕੇਵਲ ਸਿੱਖ ਹੀ ਨਹੀਂ, ਸਾਡੇ ਸਾਰੇ ਭਰਾ ਹਿੰਦੂ ਵੀਰ ਵੀ ਮਨਾਉਂਦੇ ਨੇ। ਕਿਉਂ ਕਿ ਇਸ ਦਿਨ ਤੇ 14 ਸਾਲ ਦਾ ਮਿਲਿਆ ਹੋਇਆ ਬਨਵਾਸ ਸ੍ਰੀ ਰਾਮ ਚੰਦਰ ਜੀ ਸੋ ਜਿਹੜਾ ਕੱਟ ਕੇ ਤੇ ਵਾਪਸ ਸੋ ਆਏ ਸਨ ਜੀ। ਤੇ ਇਸੇ ਖੁਸ਼ੀ ਦੇ ਵਿੱਚ ਸੋ ਸਾਰੇ ਜਿੰਨੇ ਮੇਰੇ ਹਿੰਦੂ ਵੀਰ ਸਨ ਉਹਨਾਂ ਨੇ ਦੀਵੇ ਬਾਲੇ ਸਨ ਜੀ। ਤੇ ਧੰਨ ਸਾਨੂੰ ਸਿੱਖਾਂ ਨੂੰ ਇਸ ਭਾਗ ਕਿਵੇਂ ਪ੍ਰਾਪਤ ਹੋਇਆ, ਸੋ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਬੰਦੀ ਛੋੜ ਦਿਵਸ ਬਾਰੇ। ਜਿੰਨੀ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹਿ ਤੇਤੀ। ਸੋ ਜਿਸ ਤਰ੍ਹਾਂ ਕਿ ਇਸ ਦਿਨ ਦੀ ਕਿੱਥੋਂ ਸ਼ੁਰੂਆਤ ਹੁੰਦੀ ਹੈ, ਸਾਨੂੰ ਥੋੜਾ ਪਿੱਛੇ ਜਾਣਾ ਪਵੇਗਾ ਜੀ। ਸੋ ਸ਼ਹੀਦਾਂ ਦੇ ਸਰਤਾਜ ਮੀਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਿਤਾ ਜੀ ਜੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਬਿਨਾਂ ਗੱਲ ਤੋਂ ਸ਼ਹੀਦ ਕੀਤਾ ਜਾਂਦਾ ਹੈ, ਕਾਰਨ ਉਸ ਸਮੇਂ ਦੇ ਬਾਦਸ਼ਾਹ ਜਹਾਂਗੀਰ, ਜਿਹੜਾ ਆਪਣੇ ਇੱਕ ਕਿਤਾਬ ਲਿਖੀ ਹੈ ਜਿਹਨੇ ਤੁਜ ਕੇ ਜਹਾਂਗੀਰ ਜੀ। ਉਹਦੇ ਵਿੱਚ ਉਹ ਲਿਖਦਾ ਹੈ ਕਿ ਮੈਂ ਆ 5-6 ਪੀੜ੍ਹੀਆਂ ਤੋਂ ਚੱਲ ਰਹੀ, ਜਿਹਨੂੰ ਇੱਕ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਉਹ ਝੂਠ ਦੀ ਦੁਕਾਨ ਕਹਿੰਦਾ ਜੀ ਕਿ ਮੈਂ ਇਹਨੂੰ ਬੰਦ ਕਰਨਾ ਚਾਹੁੰਦਾ, ਕਿਤੇ ਸਮਾਂ ਮਿਲੇ ਤਾਂ। ਤੇ ਦੂਜੇ ਪਾਸੇ ਪੰਜਵੇਂ ਪਾਤਸ਼ਾਹ ਦੇ ਵੱਡੇ ਭਰਾ ਪ੍ਰਿਥੀ ਚੰਦ ਜੀ, ਜਿਹੜਾ ਕਿ ਇਹ ਚਾਹੁੰਦਾ ਸੀ ਕਿ ਗੁਰੂ ਨਾਨਕ ਦੀ ਗੱਦੀ ਮੈਨੂੰ ਮਿਲੇ, ਪਰ ਗੁਰੂ ਨਾਨਕ ਦੀ ਗੱਦੀ ਉਸ ਨੂੰ ਮਿਲ ਸਕਦਾ ਜਿਹੜਾ ਇਸ ਦੇ ਯੋਗ ਹੈ ਜੀ। ਜਿਸ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੁਰੋਂ ਹੀ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਜੀ ਪ੍ਰਗਟ ਹੋਏ, ਤੇ ਬਾਬਾ ਲਹਿਣਾ ਜੀ ਨੇ ਸੇਵਾ ਕਰਕੇ ਇਸ ਗੱਦੀ ਨੂੰ ਲਿਆ, ਤੇ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਨਹੀਂ ਬਲਕਿ ਸੇਵਾ ਕਰਨ ਵਾਲੇ ਨੂੰ ਇਹ ਗੱਦੀ ਮਿਲੀ ਜੀ। ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਸਪੁੱਤਰ ਵੀ ਇਸ ਗੱਦੀ ਦੇ ਵਾਰਸ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਨਹੀਂ ਬਣ ਸਕੇ, ਬਲਕਿ 12 ਸਾਲ ਨਿਰੰਤਰ ਸੇਵਾ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਇਸ ਗੱਦੀ ਦੇ ਵਾਰਸ ਬਣੇ। ਯੋਗਤਾ ਦੇਖੀ ਗਈ। ਹਾਂ, ਯੋਗਤਾ ਦੇਖੀ ਗਈ, ਬਲਕਿ ਇਹ ਨਹੀਂ ਵੇਖਿਆ ਗਿਆ ਵੀ ਇਹ ਸਾਡੀ ਨਿੱਜੀ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਚੱਲ ਰਿਹਾ ਜੀ, ਕੋਈ ਵੀ ਗੱਦੀ ਦਾ ਮਾਲਕ ਹੈ ਤਾਂ ਉਹ ਅਗਾਂਹ ਆਪਣੇ ਹੀ ਪੁੱਤ ਪੋਤਰੇ ਨੂੰ ਉਸ ਗੱਦੀ ਦਾ ਮਾਲਕ ਬਣਾਉਣਾ ਚਾਹੁੰਦਾ ਹੈ ਜੀ, ਪਰ ਉਦੋਂ ਉਹ ਨਹੀਂ ਸੀ। ਤੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕਰਕੇ ਉਹਨਾਂ ਦੇ ਦਮਾਦ ਸੋ ਭਾਈ ਜੇਠਾ ਜੀ, ਜਿਨ੍ਹਾਂ ਨੇ ਨਿਰੰਤਰ ਸੇਵਾ ਕਰਕੇ ਧੰਨ ਧੰਨ ਰਾਮਦਾਸ ਗੁਰਜਨ ਸਰਿਆ ਤਿਨੇ ਸਵਾਰਿਆ। ਜੀ। ਸੋ ਐਸੀ ਸੇਵਾ ਕੀਤੀ ਕਿ ਇਸ ਗੱਦੀ ਦੇ ਪਹਿਲਾਂ ਸਭ ਤੋਂ ਪਹਿਲਾਂ ਇਸ ਸੇਵਾ ਕਰਕੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਆਪਣੀ ਲੜਕੀ ਬੀਬੀ ਭਾਨੀ ਦਾ ਰਿਸ਼ਤਾ ਕੀਤਾ ਜੀ, ਪਰ ਸੇਵਾ ਫਿਰ ਵੀ ਨਹੀਂ ਛੱਡੀ। ਭਾਵੇਂ ਰਿਸ਼ਤੇਦਾਰਾਂ ਨੇ ਕਿਹਾ ਵੀ ਤੈਨੂੰ ਲੋੜ ਨਹੀਂ ਹੁਣ ਇਸ ਘਰ ਦਾ, ਤੂੰ ਜਵਾਈ ਬਣ ਗਿਆ। ਉਹ ਕਹਿੰਦਾ ਨਹੀਂ ਜਵਾਈ ਨਹੀਂ, ਮੈਂ ਇਸ ਘਰ ਦਾ ਸੇਵਾਦਾਰ ਹਾਂ। ਸੇਵਾ ਛੱਡੀ ਨਹੀਂ, ਇੱਕ ਦਿਨ ਇਸ ਗੱਦੀ ਦੇ ਮਾਲਕ ਬਣੇ। ਤੇ ਧੰਨ ਗੁਰੂ ਰਾਮਦਾਸ ਜੀ ਤੋਂ ਬਾਅਦ ਬੀਬੀ ਭਾਨੀ ਜੀ ਨੇ ਆਪਣੇ ਪਿਤਾ ਜੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਦਿਆਂ, ਜਿਹੜੇ ਅਣਥੱਕ ਪੁੱਤਰਾਂ ਤਰ੍ਹਾਂ ਸੇਵਾ ਕਰਦੇ ਸੀ, ਹਾਂਜੀ, ਸੋ ਇਸ਼ਨਾਨ ਕਰਾਉਂਦਿਆਂ ਪੀੜ੍ਹੀ ਦਾ ਪਾਵਾ ਟੁੱਟ ਗਿਆ, ਪਰ ਗੁਰੂ ਅਮਰਦਾਸ ਜੀ ਨੂੰ ਆਂਤ ਨਹੀਂ ਆਉਣ ਦਿੱਤੀ। ਭਾਵੇਂ ਕਿੱਲ ਖੁੱਭ ਗਿਆ ਹੱਥ ਵਿੱਚ, ਜਦੋਂ ਦੇਖਿਆ ਪੁੱਤਰੀ ਇਹ ਕੀ ਹੈ, ਪਿਤਾ ਜੀ ਕੋਈ ਗੱਲ ਨਹੀਂ, ਪਾਵਾ ਟੁੱਟ ਚੱਲਿਆ ਸੀ। ਕਹਿਣ ਲੱਗੇ ਬੇਟਾ, ਜਿਹੜੀ ਤੂੰ ਐਡੀ ਵੱਡੀ ਕੁਰਬਾਨੀ ਕੀਤੀ, ਕੁਝ ਤੇਰੀ ਮੰਗ ਹੋਵੇ ਤੇ ਮੰਗ ਲੈ ਜੀ। ਤਾਂ ਬੀਬੀ ਭਾਨੀ ਨੇ ਕਿਹਾ ਸੀ ਪਿਤਾ ਜੀ ਮੇਰੀ ਇੱਕ ਮੰਗ ਹੈ, ਆਹ ਗੁਰੂ ਨਾਨਕ ਦੀ ਗੱਦੀ ਦੀ ਸੇਵਾ ਇਹ ਘਰ ਵਿੱਚ ਰਹਿਣੀ ਚਾਹੀਦੀ ਹੈ। ਤੇ ਗੁਰੂ ਅਮਰਦਾਸ ਜੀ ਨੇ ਆਖਿਆ ਸੀ ਪੁੱਤਰ, ਅੱਖਾਂ ਮੀਟ ਬੜੀ ਔਖੀ ਸੇਵਾ ਹੈ। ਜਦੋਂ ਵੇਖਿਆ ਤੇ ਆਪਣੇ ਹੀ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੇ ਤੇ ਬੈਠਿਆਂ ਗੁਰੂ ਮਹਾਰਾਜ ਨੇ ਵਿਖਾ ਦਿੱਤਾ। ਦਿਵ ਦ੍ਰਿਸ਼ਟੀ, ਹਾਂ, ਦਿਵ ਦ੍ਰਿਸ਼ਟੀ ਦੇ ਨਾਲ ਆਪਣੇ ਪੋਤਰੇ ਨੇ 4 ਜੰਗਾਂ 6ਵੇਂ ਪਾਤਸ਼ਾਹ ਨੇ ਕਰ ਰਹੇ ਨੇ,
ਇਹਨਾਂ ਦੇ ਪਰਿਵਾਰ ਵਿੱਚੋਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਾ ਪਰਿਵਾਰ ਸ਼ਹੀਦ ਕਰਾ ਲਏ ਨੇ। ਕਿਉਂ ਪੁੱਤਰ? ਕਹਿਣ ਲੱਗੇ ਮੈਂ ਸਭ ਕੁਝ ਝੋਲੀ ਵਿੱਚ ਪਵਾ ਲਵਾਂਗੀ, ਪਰ ਪਿਤਾ ਜੀ ਇਹ ਦਾਤ ਮੈਨੂੰ ਬਖਸ਼ੋ। ਇਸ ਤੋਂ ਬਾਅਦ ਸੋ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਗੁਰੂ ਰਾਮਦਾਸ ਜੀ ਦੇ 3 ਸਪੁੱਤਰਾਂ ਵਿੱਚੋਂ ਵੱਡੇ ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਂਦੇਵ ਜੀ, ਪਰ ਉਹ ਗੱਦੀ ਦੇ ਜੋ ਨਾ ਸਮਝ ਕੇ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ ਇਸ ਗੱਦੀ ਦੇ ਵਾਰਸ ਬਣੇ। ਪਰ ਘਰ ਦੇ ਵਿੱਚੋਂ ਇੰਨੀ ਈਰਖਾ ਭਾਵਨਾ ਇੰਨੀ ਜ਼ਿਆਦਾ, ਮੈਂ ਸੋਚਦਾ ਤੁਸੀਂ ਵੀ ਕਿਤੇ ਸੋਚ ਕੇ ਵੇਖਿਓ ਸੰਸਾਰ ਵਾਲਿਓ, ਇੰਨੀ ਘਰ ਦੇ ਵਿੱਚ ਪਰੇਸ਼ਾਨੀ, ਇੰਨਾ ਦੁੱਖ ਦੇਣ ਵਾਲੇ ਹੋਣ, ਸਾਰੇ ਪਾਸੇ ਅੱਗ ਦੀਆਂ ਲਾਟਾਂ ਬਲਦੀਆਂ ਹੋਣ, ਪਰ ਇੱਕ ਸ਼ਾਂਤੀ ਦੇ ਸਮੁੰਦਰ ਗੁਰੂ ਅਰਜਨ ਦੇਵ ਜੀ ਇੰਨੀ ਸ਼ਾਂਤੀ 'ਚ ਰਹਿ ਕੇ ਤੇ ਉਹ ਵੀ ਗੁਰਬਾਣੀ ਰਚ ਰਹੇ ਹੋਣ। ਬਿਲਕੁਲ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਦਾ ਤਕਰੀਬਨ ਅੱਧੀ ਬਾਣੀ ਇਕੱਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਵੱਧ ਤੋਂ ਵੱਧ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹੈ। ਪਰ ਨਾਲ ਕਹਿੰਦੇ ਨੇ ਉਹਨਾਂ ਨੂੰ ਇੱਕ ਵਰਦਾਨ ਵੀ ਮਿਲਿਆ ਸੀ ਨਾ ਨਾਨਾ ਜੀ ਪਾਸੋਂ, ਜਦੋਂ ਨਾਨਾ ਜੀ ਬੈਠੇ ਹੋਏ ਸਨ ਜੀ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਛੋਟੀ ਉਮਰ ਵਿੱਚ ਬਾਲਕ ਅਵਸਥਾ ਵਿੱਚ ਗੁਰੂ ਅਮਰਦਾਸ ਜੀ ਪਲੰਗ ਦੇ ਸਵਾਏਮਾਨ ਨੇ ਤੇ ਆ ਕਰਕੇ ਪਲੰਗ ਨਾਲ ਖੜ ਕੇ ਉਸ ਪਲੰਗ ਨੂੰ ਹਿਲਾ ਦਿੱਤਾ ਜੀ। ਤੇ ਗੁਰੂ ਅਮਰਦਾਸ ਜੀ ਕਿਹੜਾ ਪੁਰਖ ਹੈ ਭਾਰੀ ਜਿਹਨੇ ਸਾਡੀ ਮੰਜਰੀ ਹਿਲਾਈ ਹੈ? ਤਾਂ ਬੀਬੀ ਭਾਨੀ ਜੀ ਕਹਿਣ ਲੱਗੇ ਦੋਹਤਾ ਤੁਹਾਡਾ ਦੋਹਤਾ ਜੀ। ਕਹਿੰਦੇ ਦੋਹਤਾ ਬਾਣੀ ਦਾ ਬੋਹਤਾ। ਇਹ ਬਾਣੀ ਦਾ ਵੇਖੋ ਵੱਡੇ ਸਪੁੱਤਰ ਨੂੰ ਨਹੀਂ ਕਿਹਾ, ਪ੍ਰਿਥੀ ਚੰਦ ਨੂੰ ਨਹੀਂ ਕਿਹਾ, ਮਹਾਂਦੇਵ ਨੂੰ ਕਿਹਾ, ਗੁਰੂ ਅਰਜਨ ਦੇਵ ਜੀ ਨੂੰ ਇਹ ਬਚਨ ਕਹਿ। ਸੋ ਬਾਣੀ ਦੇ ਬੋਹ ਇੱਥੇ ਬਣੇ, ਬਾਣੀ ਦੇ ਜਹਾਜ਼ ਬਣੇ। ਸੋ ਮੈਂ ਜੋ ਤੁਸੀਂ ਬਚਨ ਪੁੱਛਿਆ ਉੱਥੇ ਆਵਾਂ, ਨਹੀਂ ਤਾਂ ਸਮਾਂ ਇੱਧਰ ਹੀ ਲੰਘ ਜਾਵੇਗਾ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸੋ ਸਮੇਂ ਦੇ ਨਾਲ ਬਾਦਸ਼ਾਹ ਜਹਾਂਗੀਰ ਵੀ ਨੇ ਚਾਹੁੰਦਾ ਸੀ ਤੇ ਉਸ ਸਮੇਂ ਦਾ ਜਿਹੜਾ ਚੰਦੂ ਦੀਵਾਨ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਸੀ, ਉਹਦੀ ਪੁੱਤਰੀ ਜਵਾਨ ਹੋਈ ਹੈ ਉਸ ਸਮੇਂ ਤੇ। ਸੋ ਜਿਵੇਂ ਆਮ ਸੋ ਰਿਸ਼ਤਾ ਕਰਨ ਵਾਲੇ ਪੰਡਤ ਜਾਂ ਨਾਈ ਲੋਕ ਹੋਇਆ ਕਰਦੇ ਸੀ, ਜਿਹੜਾ ਜਾ ਕੇ ਰਿਸ਼ਤਾ ਜਿਵੇਂ ਕਰ ਆਉਂਦੇ ਸੀ, ਸੋ ਉਹ ਰਿਸ਼ਤਾ ਭਾਲਣ ਵਾਸਤੇ ਤੁਰੇ ਚੰਦੂ ਦੀ ਬੇਟੀ ਦਾ ਜਿਹੜੀ। ਤੇ ਜਦੋਂ ਸਾਰੇ ਜਗ੍ਹਾ ਭਾਲ ਕੇ ਆਏ, ਇੱਕ ਤੋਂ ਇੰਨਾ ਸੋਹਣਾ ਵਰ ਨਾ ਮਿਲਿਆ। ਜਦੋਂ ਗੁਰੂ ਨਾਨਕ ਦੇ ਘਰੇ ਆਏ, ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆਏ, ਤੇ 6ਵੇਂ ਪਾਤਸ਼ਾਹ ਜਿਹੜੇ ਕਿ ਪਹਿਲਾਂ ਹੀ ਛੋਟੀ ਉਮਰ ਵਿੱਚ ਬੜੇ ਸੋਹਣੇ ਸੁਨੱਖੇ ਸਨ। 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੰਨਾ ਸਾਰੇ ਗੁਰੂ ਸਾਹਿਬਾਨ ਵਿੱਚੋਂ ਜਿਹੜਾ ਸਰੀਰਕ ਤੌਰ ਤੇ ਇੰਨਾ ਬਲ ਸੀ ਕਿ ਇੱਕ ਕਾਫੀ ਉੱਚੇ ਵੀ ਸਨ, ਉੱਚੇ ਤਕਰੀਬਨ 7 ਫੁੱਟ ਲੰਮੇ, ਜਿਨ੍ਹਾਂ ਦਾ ਇੱਕ ਘੋੜਾ ਭਾਰ ਨਹੀਂ ਸੀ ਚੱਕਦਾ। ਥੋੜੇ ਚਿਰ ਸਮੇਂ ਬਾਅਦ ਘੋੜਾ ਬਦਲਣਾ ਪੈਂਦਾ ਸੀ। ਤੇ ਛੋਟੀ ਉਮਰ ਵਿੱਚ ਬੜੇ ਸੋਹਣੇ ਸੁਨੱਖੇ ਜਵਾਨ ਸਨ। ਇੰਨੇ ਸੁੰਦਰ ਸੋਹਣੇ ਦੇਖ ਕਰਕੇ ਕਹਿਣ ਲੱਗੇ ਵੀ ਜੇ ਗੁਰੂ ਸਾਹਿਬ ਮੰਨ ਜਾਣ ਤੇ ਚੰਦੂ ਦੀ ਬੇਟੀ ਦਾ ਰਿਸ਼ਤਾ ਕਰ ਦਈਏ। ਤੇ ਜਦੋਂ ਉਹਨਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ, ਮਹਾਰਾਜ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹੈ ਚੰਦੂ, ਉਸ ਦੀ ਲੜਕੀ ਬੜੀ ਸੋਹਣੀ ਸੁਨੱਖੀ ਹੈ, ਅਸੀਂ ਆਪ ਜੀ ਦੇ ਲਾਲ ਹਰਗੋਬਿੰਦ ਦੇ ਨਾਲ ਰਿਸ਼ਤਾ ਕਰਨਾ ਚਾਹੁੰਦੇ ਹਾਂ। ਮਹਾਰਾਜ ਕਹਿਣ ਲੱਗੇ ਵੀ ਸੰਗਤ ਨੂੰ ਭਾਈ ਪੁੱਛ ਲਓ। ਜਦੋਂ ਸੰਗਤ ਨੂੰ ਪੁੱਛਿਆ ਗਿਆ, ਸੰਗਤ ਕਹਿਣ ਲੱਗੀ ਚਲੋ ਬਈ ਠੀਕ ਹੈ ਵੀ ਜੇ ਆਏ ਹਨ ਤਾਂ ਸਤਿਗੁਰੂ ਜੀ ਤੁਸੀਂ ਮਨਜ਼ੂਰ ਕਰ ਲਓ। ਰਸਤਾ ਮਨਜ਼ੂਰ ਕਰ ਲਿਆ ਗਿਆ। ਤੇ ਜਦੋਂ ਜਾ ਕਰਕੇ ਉਹਨਾਂ ਨੇ ਵਾਪਸ ਬਾਦਸ਼ਾਹ ਜਹਾਂਗੀਰ ਨੂੰ, ਚੰਦੂ ਨੂੰ ਇਹ ਗੱਲ ਦੱਸੀ ਕਿ ਬੜਾ ਸੋਹਣਾ ਘਰ ਮਿਲਿਆ, ਕਿ ਇੰਨਾ ਸੋਹਣਾ ਸੁਨੱਖਾ ਲੜਕਾ, ਇੰਨੀ ਦੁਨੀਆ ਉਹਨਾਂ ਦੇ ਜਿਹੜੀ ਉਹਨਾਂ ਨੂੰ ਮੰਨ ਰਹੀ ਹੈ ਤੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ, ਉਹਨਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨਾਲ ਤੇਰੀ ਲੜਕੀ ਦਾ ਰਿਸ਼ਤਾ ਹੋਇਆ ਹੈ। ਪਰ ਕੋਈ ਬੰਦਾ ਜਦੋਂ ਕਿਸੇ ਵੀ ਜਗ੍ਹਾ ਤੇ ਬੈਠਾ ਹੋਵੇ, ਉਹਦੇ ਅੰਦਰ ਹੰਕਾਰ ਹੋਵੇਂ ਆ ਜਾਂਦੀ ਹੈ। ਉਹਨੇ ਹੰਕਾਰ ਦੇ ਵਿੱਚ ਆ ਕੇ ਗੱਲ ਕਹੀ, ਉਹ ਤੁਸੀਂ ਇੱਕ ਚਵਾਰੇ ਦੀ ਇੱਟ ਮੋਰੀ ਨੂੰ ਲਾ ਕੇ ਆ ਗਏ ਹੋ। ਮੈਂ ਚਵਾਰਾ ਸੀ, ਬਾਦਸ਼ਾਹ ਜਹਾਂਗੀਰ ਦਾ ਦੀਵਾਨ ਸੀ, ਇੱਕ ਮੰਗ ਖਾਣਿਆਂ ਦੇ ਮੇਰੀ ਲੜਕੀ ਦਾ ਰਿਸ਼ਤਾ ਕਰ ਆਇਓ। ਚਲੋ ਕੋਈ ਗੱਲ ਨਹੀਂ, ਜੇ ਹੁਣ ਕਰ ਆਇਓ। ਜਦੋਂ ਉੱਥੇ ਬੈਠੀ ਸੰਗਤ ਨੇ ਗੱਲ ਸੁਣੀ, ਪਰ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ। ਉਹਨਾਂ ਨੇ ਆ ਕਰਕੇ ਸਤਿਗੁਰੂ ਜੀ ਨੂੰ ਕਿਹਾ, ਮਹਾਰਾਜ ਸਾਡੀ ਬੇਨਤੀ ਹੈ, ਇਸ ਪਾਪੀ ਦਾ, ਇਸ ਹੰਕਾਰੀ ਦਾ ਰਿਸ਼ਤਾ ਸਾਨੂੰ ਲੈਣਾ ਨਹੀਂ ਚਾਹੀਦਾ। ਮਹਾਰਾਜ ਕਹਿੰਦੇ ਸੰਗਤ ਨੇ ਹਾਂ ਕੀਤੀ ਹੈ, ਤੁਸੀਂ ਨਾ ਕਰ ਦਿਓ। ਜਿਸ ਦਿਨ ਉਹ ਸਗਨ ਪਾਉਣ ਵਾਸਤੇ ਆਏ, ਉਸ ਤੋਂ ਪਹਿਲਾਂ ਕਹਿ ਦਿੱਤਾ ਗਿਆ ਸਾਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ। ਬਸ ਇਹ ਗੱਲ ਕਹਿਣ ਦੀ ਲੋੜ ਸੀ। ਉਸ ਤੋਂ ਬਾਅਦ ਚੰਦੂ ਸੜ ਬਲ ਕੇ ਕੋਲੇ ਹੋ ਗਿਆ। ਜਿਵੇਂ ਵੀ ਹੋਵੇ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਬਾਦਸ਼ਾਹ ਜਹਾਂਗੀਰ ਨੂੰ ਇਹ ਗੱਲ ਕਹੀ ਵੀ ਜਿੰਨੀ ਵੀ ਛੇਤੀ ਹੋ ਸਕਦਾ। ਤੇ ਇਹ ਡਿਊਟੀ ਵੀ ਫਿਰ ਬਾਦਸ਼ਾਹ ਜਹਾਂਗੀਰ ਨੇ ਚੰਦੂ ਦੀ ਲਾ ਦਿੱਤੀ। ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸੋ ਗ੍ਰਿਫਤਾਰੀ ਵੰਡ ਦੇ ਕਰਕੇ ਗ੍ਰਿਫਤਾਰ ਕਰਨ ਵਾਸਤੇ ਆ ਗਏ। ਕਹਿਣ ਲੱਗੇ ਬਾਦਸ਼ਾਹ ਦਾ ਹੁਕਮ ਹੈ, ਜਾਂ ਤਾਂ ਤੁਸੀਂ
ਸੋ ਜਿਹੜਾ ਗੁਰੂ ਗ੍ਰੰਥ ਸਾਹਿਬ ਰਚਿਆ ਇਹਦੇ ਵਿੱਚ ਸੋ ਸਾਡੇ ਹਜ਼ਰਤ ਮੁਹੰਮਦ ਦੀ ਬਾਣੀ ਲਿਖ ਦਿਓ ਤੇ ਜਾਂ ਤੁਸੀਂ ਡੰਨ ਭਰ ਦਿਓ ਤੇ ਜਾਂ ਗ੍ਰਿਫਤਾਰ ਹੋ ਜਾਓ, ਤੁਹਾਨੂੰ ਸ਼ਹੀਦ ਕੀਤਾ ਜਾਵੇਗਾ। ਜਿਹੜੇ ਤੁਸੀਂ ਕਹੇ ਡੰਨ ਭਰ ਦਿਓ, ਉਹਦਾ ਕੀ ਅਰਥ ਨਿਕਲੇਗਾ? ਡੰਨ ਦਾ ਮਤਲਬ ਹੈ ਤੁਸੀਂ ਸਾਨੂੰ ਪੈਸੇ ਦਿਓ, ਜਿਹੜਾ ਤੁਸੀਂ ਮਤਲਬ ਕਿ ਟੈਕਸ ਦਿਓ। ਹਾਂ, ਤਾਂ ਸਤਿਗੁਰੂ ਜੀ ਕਹਿਣ ਲੱਗੇ ਇਹ ਹੋ ਨਹੀਂ ਸਕਦਾ, ਗੁਰੂ ਨਾਨਕ ਦੀ ਮਾਇਆ ਦਿੱਤੀ ਨਹੀਂ ਜਾ ਸਕਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧੁਰੋਂ ਆਈ ਹੈ, ਇਹ ਧੁਰੋਂ ਬਾਣੀ ਆਈ ਦੇ ਵਿੱਚ ਕਿਸੇ ਮਨੁੱਖ ਦੀ ਸਿਫਤ ਨਹੀਂ ਹੋ ਸਕਦੀ, ਇਹਦੇ ਵਿੱਚ ਕੇਵਲ ਉਸ ਰੱਬ ਅੱਲਾ ਵਾਹਿਗੁਰੂ ਦੀ ਸਿਫਤ ਹੋ ਸਕਦੀ ਹੈ, ਇਹਦੇ ਵਿੱਚ ਕਿਸੇ ਬੰਦੇ ਦੀ ਸਿਫਤ ਕੀਤੀ ਨਹੀਂ ਜਾ ਸਕਦੀ। ਆਖਿਰ ਕੀ ਕੀਤਾ ਗਿਆ, ਜਦੋਂ ਨਾ ਅਸੀਂ ਇਹ ਤੁਹਾਡਾ ਜਿਹੜਾ ਟੈਕਸ ਭਰ ਸਕਦੇ ਹਾਂ ਤੇ ਫਿਰ ਤੁਹਾਨੂੰ ਸ਼ਹੀਦ ਕੀਤਾ ਜਾਵੇਗਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕੀਤਾ ਜਾਂਦਾ, ਲਾਹੌਰ ਲਿਆਂਦਾ ਜਾਂਦਾ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਹਿਲਾਂ ਪਾਣੀ ਦੀ ਦੇਗ ਵਿੱਚ ਉਬਾਲਿਆ ਜਾਂਦਾ, ਉਸ ਤੋਂ ਬਾਅਦ ਤੱਤੀ ਤਵੀ ਤੇ ਬਿਠਾ ਕੇ ਗਰਮ ਰੇਤਾ ਸੀਸ ਵਿੱਚ ਪਾਇਆ ਜਾਂਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਪਰ ਮੈਂ ਇੱਥੇ ਇੱਕ ਸਵਾਲ ਕਰਨਾ ਚਾਹਾਂਗੀ, ਇੱਥੇ ਆਪਾਂ ਆਪਣੇ ਸਵਾਲ ਤੋਂ ਆਪਾਂ ਬੇਮੁਖ ਅੱਗੇ ਹੋ ਕੇ ਨਹੀਂ ਨਿਕਲਣਾ, ਆਪਾਂ ਇੱਥੇ ਰੁਕਦੇ ਹਾਂ ਥੋੜੀ ਕੁ ਦੇਰ ਵਾਸਤੇ। ਜਿਵੇਂ ਤੁਸੀਂ ਕਹੇ ਕਿ ਉਸ ਸਮੇਂ ਜਜ਼ੀਆ ਮੰਗਿਆ ਗਿਆ, ਗੁਰੂ ਪਾਤਸ਼ਾਹ ਕੋਲੋਂ ਟੈਕਸ ਮੰਗਿਆ ਗਿਆ, ਤੇ ਗੁਰੂ ਅਜਿੱਥੇ ਪਾਤਸ਼ਾਹ ਮਹਾਰਾਜ ਨੇ ਕਹਿ ਦਿੱਤਾ ਕਿ ਗੁਰੂ ਨਾਨਕ ਦੇ ਘਰ ਦਾ ਪੈਸਾ ਅਜਾਈ ਨਹੀਂ ਜਾਏਗਾ। ਪਰ ਜਦੋਂ ਅਸੀਂ ਅਜੋਕੇ ਸਮਾਂ 'ਚ ਵੇਖਦੇ ਹਾਂ, ਗੁਰੂ ਨਾਨਕ ਦੇ ਘਰ ਦੀ ਗੋਲਕ ਕਿੱਥੇ ਕਿੱਥੇ ਵਰਤੀ ਜਾਂਦੀ ਹੈ, ਆਪਣੇ ਨਿੱਜੀ ਖਾਤਿਆਂ ਵਾਸਤੇ, ਕਾਰੋਬਾਰਾਂ ਵਾਸਤੇ, ਜਾਂ ਹੋਰ ਕਈ ਹਿਦਾਇਤਾਂ ਵਾਸਤੇ। ਕੀ ਗੁਰੂ ਨਾਨਕ ਦਾ ਰੂਲ ਅੱਜ ਲਾਗੂ ਨਹੀਂ ਹੁੰਦਾ? ਤੁਸੀਂ ਇਹ ਸਵਾਲ ਪੁੱਛਿਆ, ਅੱਜ ਤਕਰੀਬਨ ਮੇਰਾ ਖਿਆਲ ਹੈ ਵੀ ਜੇ ਮੈਂ ਭੁੱਲਦਾ ਨਾ ਹੋਵਾਂ ਜੀ, ਜੇ 100% ਚੋਂ ਤਕਰੀਬਨ ਇਉਂ ਕਹਿ ਲਈਏ ਵੀ 25% ਦਾ ਜ਼ਰੂਰ, ਅੱਵਲ ਤਾਂ ਲੋਕ ਆਮ ਅੱਧੇ ਹੀ ਕਹਿੰਦੇ ਗੁਰਦੁਆਰੇ ਜਿਨ੍ਹਾਂ ਦਾ ਮਤਲਬ ਕਿ ਜਿੰਨੀ ਮਾਇਆ ਆ ਰਹੀ ਉਹ ਸਾਰੀ ਵਕੀਲਾਂ ਨੂੰ ਤੇ ਜਾਂ ਗਲਤ ਕੇਸਾਂ ਤੇ ਆਪਸ ਸਾਡੀਆਂ ਲੜਾਈਆਂ ਗੁਰੂ ਘਰਾਂ ਦੇ ਵਿੱਚ ਲੜੀਆਂ ਜਾ ਰਹੀਆਂ ਨੇ। ਜਿਹੜਾ ਕਿ ਅਸੀਂ ਇੰਡੀਆ ਵਿੱਚ ਪੰਚਾਇਤਾਂ ਬਣਾਉਂਦੇ ਹਾਂ, ਲੜਾਈਆਂ ਲੜਦੇ ਸੀ, ਅੱਜ ਅਸੀਂ ਇੱਥੇ ਆ ਕੇ ਵੀ ਸਾਨੂੰ ਸਮਝ ਨਹੀਂ ਆਈ ਗੁਰੂ ਨਾਨਕ ਦੇ ਘਰੇ ਵੀ ਸੋ ਲੜਾਈਆਂ ਕੇਸਾਂ ਤੇ ਪੈਸਾ ਬਰਬਾਦ ਕਰ ਰਹੇ ਆ। ਪਰ ਇੱਕ ਗੱਲ ਯਾਦ ਰੱਖਿਓ, ਇਹ ਲੇਖਾ ਜ਼ਰੂਰ ਦੇਣਾ ਪਵੇਗਾ। ਸੰਗਤਾਂ ਦੀ ਪਹਿਨੀ ਚੜਾਈ ਹੋਈ, ਉਹਦਾ ਹਿਸਾਬ ਕਿਤਾਬ ਗੁਰੂ ਨਾਨਕ ਦੇ ਘਰ ਸਾਡੇ ਵੱਡੇ ਬਜ਼ੁਰਗ, ਬਿਲਕੁਲ ਮਾਫ ਕਰਨਾ, ਸਾਡੇ ਬੱਚੇ ਬਜ਼ੁਰਗ ਕਹਿੰਦੇ ਸਨ, ਪ੍ਰਾਤਨ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਭਾਈ ਗੁਰਦਾਸ ਜੀ ਦਾ ਕੋਈ ਸ਼ਬਦ ਆਉਂਦਾ, ਉਹਦੀ ਵਾਰ ਮੈਨੂੰ ਪਤਾ ਨਹੀਂ ਹੈ, ਪਰ ਉਹ ਕਹਿੰਦੇ ਸਨ ਕਿ ਕੋਈ ਵੀ ਗੁਰੂ ਘਰ ਦਾ ਪੈਸਾ ਆਪਣੇ ਨਿੱਜੀ ਤੇ ਖਰਚ ਕਰੇ ਜਾਂ ਗੁਰੂ ਨਾਨਕ ਦੇ ਘਰ ਦਾ ਪੈਸਾ ਬਾਹਰ ਜਾ ਕੇ ਕੋਰਟ ਕਚਹਿਰੀਆਂ ਵਿੱਚ ਦੇਵੇ। ਕਹਿੰਦੇ ਸਨ ਕਿ ਭਾਈ ਗੁਰਦਾਸ ਜੀ ਦੀ ਵਾਰ ਲਿਖੀ ਹੈ ਕਿ ਉਹਦੇ ਵਿੱਚ ਉਹਦੇ 7 ਕੁਲਾਂ ਨੂੰ ਉਹਦਾ ਉਤਾਰਨਾ ਪੈਂਦਾ ਕਰਜ਼। ਬਿਲਕੁਲ, ਹਾਂ, ਮੈਂ ਗੱਲ ਉੱਥੇ ਆਈਏ ਜੀ। ਸੋ ਪਿਆਰ ਨਾਲ ਆਖੋ ਸਤਿਨਾਮ ਸ੍ਰੀ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਤਸੀਹੇ ਦਿੱਤੇ ਜਾ ਰਹੇ ਸੀ ਨਾ ਜੀ, ਉਸ ਟਾਈਮ ਤੇ ਸਾਈਂ ਮੀਆਂ ਮੀਰ ਜੀ ਜਿਨ੍ਹਾਂ ਨੇ ਬੜੇ ਗੁਰੂ ਸਾਹਿਬ ਜੀ ਦੇ ਇੱਕ ਆਤਮਿਕ ਮਿੱਤਰ ਸਨ, ਤੇ ਉਹ ਆਪਣੀ ਆਤਮਿਕ ਸ਼ਕਤੀ ਦੇ ਨਾਲ ਗੁਰੂ ਸਾਹਿਬ ਜੀ ਦੇ ਕੋਲ ਆਉਂਦੇ ਨੇ, ਪੰਜਵੇਂ ਪਾਤਸ਼ਾਹ ਦੇ ਕੋਲ, ਤੇ ਉਹ ਸਤਿਗੁਰੂ ਜੀ ਨੂੰ ਵੇਖ ਕੇ ਕਹਿੰਦੇ ਮਹਾਰਾਜ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ, ਮੈਨੂੰ ਹੁਕਮ ਕਰੋ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਕਰ ਸਕਦਾ। ਬੜੇ ਇੱਕ ਆਤਮਿਕ ਸ਼ਕਤੀ ਦੇ ਬਹੁਤ ਵੱਡੇ ਇੱਕ ਜਿਹੜੇ ਉਸ ਟਾਈਮ ਦੇ ਮੰਨੇ ਪਰਮੰਨੇ ਜਿਹੜੇ ਪੀਰ ਸਾਹਿਬ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਕਹਿਣ ਲੱਗੇ ਸਾਈਂ ਤੂੰ ਬੁੱਝੀ ਨਹੀਂ ਸਾਡੇ ਦਿਲ ਦੀ, ਅਸੀਂ ਬੁੱਝ ਲਈ ਤੇਰੇ ਅੰਦਰ ਦੀ, ਰੱਖਣੀਆਂ ਸੀ 2 ਨੀਆਂ, ਇੱਕ ਸਿੱਖੀ ਇੱਕ ਹਰਮੰਦਰ ਦੀ, ਉਹ ਤੂੰ ਧਰੀਏ ਮੈਂ ਧਰਾਂ, ਰਹਿ ਰਲ ਗਈ ਦੋਨਾਂ ਫਕੀਰਾਂ ਦੀ। ਮਹਾਰਾਜ ਜੀ ਤੋਂ ਉਪਦੇਸ਼ ਲੈ ਕੇ ਸਾਈਂ ਸੁਭਾਪ ਚ ਕਹਿੰਦੇ ਸਾਈਂ ਤੂੰ ਇੱਕ ਬੂੰਦ ਪਾ ਕਰਕੇ ਸਮਾ ਨਹੀਂ ਵਰਿਆ, ਅਸੀਂ ਸਮੁੰਦਰ ਪਾ ਕੇ ਉਹਨੂੰ ਸਮਾਈ ਬੈਠੇ ਹਾਂ। ਜੇ ਅੱਖ ਦਾ ਇਸ਼ਾਰਾ ਕਰੀਏ ਕੀ ਨਹੀਂ ਹੋ ਸਕਦਾ, ਪਰ ਨਹੀਂ ਤੇਰਾ ਕੀਆ ਮਿੱਠਾ ਲੱਗਿਆ, ਹਰ ਨਾਮ ਪਦਾਰਥ ਨਾਮ ਮੰਗੈ। ਤੋ ਇੱਥੋਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੋ ਸ਼ਹੀਦ ਕਰ ਦਿੱਤੇ ਜਾਂਦੇ ਨੇ। ਉਸ ਤੋਂ ਅੱਗੇ ਸੋ ਕੀ ਹੋਇਆ ਜੀ, ਵੇਖੋ ਪਾਪੀ ਕੇ ਮਾਰਨੇ ਕੋ ਪਾਪ ਮਾਂ ਬੜੀ ਹੈ। ਕੋਈ ਬੰਦਾ ਪਾਪ ਕਰ ਦਿੰਦਾ, ਫਿਰ ਉਸ ਪਾਪੀ ਦਾ ਅੰਤ ਕਿਵੇਂ ਹੁੰਦਾ? ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿਹੜੀ ਗੁਰਗੱਦੀ ਸੀ ਉਹ ਜਾਣ ਲੱਗਿਆ ਪਹਿਲਾਂ ਹੀ ਆਪਣੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੇ ਗਏ ਸਨ ਜੀ, ਤੇ ਉਹ ਗੁਰਗੱਦੀ ਦਾ ਜਿਹੜਾ ਤਿਲਕ ਸੀ ਉਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਾਬਾ ਬੁੱਢਾ ਜੀ ਲਾਉਣ ਲੱਗੇ ਨੇ। ਉਸ ਤੋਂ ਪਹਿਲਾਂ ਜਿਹੜਾ ਸੇਲੀ ਟੋਪੀ ਦਾ ਕੋਈ ਰਿਵਾਜ ਸੀ, ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ ਇਹਨੂੰ ਤੋਸੇਖਾਨੇ ਵਿੱਚ ਰੱਖ ਦਿਓ, ਹੁਣ ਇਸ ਦਾ ਨਹੀਂ ਲੋੜ, ਹੁਣ ਲੋੜ ਹੈ ਸਾਨੂੰ, ਅਸੀਂ ਸ੍ਰੀ ਸਾਹਿਬ ਪਹਿਨਾਂਗੇ ਜੀ। ਤੇ ਜਦੋਂ ਸ੍ਰੀ ਸਾਹਿਬ ਬਾਬਾ ਬੁੱਢਾ ਜੀ ਲੈ ਕੇ ਆਏ ਨੇ, ਉਸ ਸ੍ਰੀ ਸਾਹਿਬ ਨੂੰ ਬਾਬਾ ਜੀ
ਨੇ ਜਿਸ ਤਰ੍ਹਾਂ ਸੁਭਾਵਿਕ ਹੀ ਉਹਨੂੰ ਸੱਜੇ ਪਾਸੇ ਪਹਿਨਾ ਦਿੱਤਾ, ਜੀ। ਕੋਈ ਭੁਲੇਖਾ ਨਹੀਂ ਸੀ ਲੱਗਾ। ਕਈ ਕਹਿੰਦੇ ਬਾਬਾ ਜੀ ਭੁੱਲ ਗਏ, ਬਾਬਾ ਬੁੱਢਾ ਜੀ ਭੁੱਲਣ ਵਾਲੇ ਨਹੀਂ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਾਸਤਰ ਦੀ ਸਿੱਖਿਆ ਆਪ ਦਿੱਤੀ ਹੈ, ਜੀ। ਜਿਨ੍ਹਾਂ ਨੇ ਕਿ 113 ਸਾਲ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ, ਉਹ ਬਾਬਾ ਬੁੱਢਾ ਜੀ ਭੁੱਲਣ ਵਾਲੇ ਨਹੀਂ। ਤੇ ਆਪਣੀਆਂ ਗੁੱਜਰ ਰਮਜ਼ਾਂ ਹੋਣਗੇ ਉਹਦੇ ਵਿੱਚ ਤੇ ਮਾਰੇ ਕਹਿਣ ਲੱਗੇ ਬਾਬਾ ਜੀ ਇਹ ਜਿਹੜੀ ਸ੍ਰੀ ਸਾਹਿਬ ਬਣਾ ਦਿੱਤੀ ਇਹ ਪੀਰੀ ਦੀ ਹੈ, ਇਹ ਭਗਤੀ ਦੀ ਹੈ, ਹੁਣ ਸਾਨੂੰ ਇੱਕ ਹੋਰ ਸ੍ਰੀ ਸਾਹਿਬ ਲਿਆਓ ਜਿਹੜੀ ਸ਼ਕਤੀ ਦੀ। ਤੇ ਅਸੀਂ ਸੰਤ ਦੇ ਨਾਲ ਸਿਪਾਹੀ ਵੀ ਬਣਨਾ, ਮਾਲਾ ਦੀ ਰੱਖਿਆ ਵਾਸਤੇ ਸਾਨੂੰ ਹੁਣ ਸ੍ਰੀ ਸਾਹਿਬ ਦੀ ਵੀ ਲੋੜ ਹੈ, ਸ਼ਕਤੀ ਦੀ ਵੀ ਲੋੜ ਹੈ। ਇੱਕ ਹੋਰ ਸ੍ਰੀ ਸਾਹਿਬ ਲਿਆ ਕੇ ਜਿਹੜੀ ਦੂਜੇ ਪਾਸੇ ਬਣਾਤੀ, ਜਿੱਥੋਂ ਅਸੀਂ ਮੇਰੀ ਪੀਰੀ ਦੇ ਮਾਲ ਕਹਿੰਦੇ ਹਾਂ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 11 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਨੇ ਸਭ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਹੈ, ਜਿਹੜਾ ਕੇਵਲ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਲਾਇਆ, ਤੇ ਮਹਾਰਾਜ ਜੀ ਆਪ ਲੱਗੇ ਨੇ, ਹੋਰ ਕੋਈ ਕਾਰੀਗਰ ਨਹੀਂ ਲਾਇਆ ਗਿਆ। ਪਰ ਕੀ ਇੰਨਾ ਵੱਡਾ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਥੜਾ, ਜਿਹੜਾ ਮੇਨ ਥੜਾ ਸਾਹਿਬ ਗੁਰੂ ਸਾਹਿਬ ਦੀ ਸੇਵਰ ਕੇਵਲ ਗੁਰੂ ਸਾਹਿਬ ਜੀ ਨੇ ਆਪ ਉਹਨੇ ਸਿਰਜਣਾ ਕੀਤੀ ਹੈ, ਕੋਈ ਕਾਰੀਗਰ ਨਹੀਂ ਲਾਇਆ। ਜਿਹੜਾ ਥੜਾ ਬਣਾਇਆ ਔਰ ਦਿੱਲੀ ਦੇ ਤਖਤ ਤੋਂ ਉੱਚਾ ਬਣਾਇਆ ਗਿਆ ਉਹ, ਜੀ ਠੀਕ ਹੈ ਨਾ, ਕਿਉਂ ਸਾਡੇ ਤੇ ਬੜਾ ਵੱਡਾ ਸੀਗਾ ਵੀ ਇਹ ਜਿਹੜੇ ਲੋਕ ਨੇ ਤੁਸੀਂ ਕੋਈ ਨਗਾਰਾ ਨਹੀਂ ਵਜਾ ਸਕਦੇ, ਤਖਤ ਨਹੀਂ ਬਣਾ ਸਕਦੇ। ਪਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਹੁਣ ਇਹ ਤੋਂ ਗੱਲ ਮੈਨੂੰ ਭੈਣ ਜੀ ਯਾਦ ਆਉਂਦੀ ਹੈ ਸੰਤ ਮਹਾਂਪੁਰਸ਼ ਸੰਤ ਬਾਬਾ ਦਰਨੈਲ ਸਿੰਘ ਦੀ, ਜਿਹੜੇ ਮੈਂ ਪੁੱਛਣ ਲੱਗੀ ਸੀ ਇੱਥੇ ਕਿ 20ਵੀਂ ਸਦੀ ਦੇ ਮਹਾਨ ਜਰਨੈਲ ਹੋਏ ਨੇ ਜੀ। ਖਾਲਸਾ ਜੀ ਯਾਦ ਰੱਖਿਓ, ਕਿਤਾਬਾਂ ਦਾ ਗਿਆਨ ਜਿਹੜਾ ਉਹ ਇੱਕ ਟੈਂਕੀ ਦਾ ਪਾਣੀ ਹੈ, ਜਿਹੜੀ ਕਿਸੇ ਕਮਾਈ ਵਾਲੇ ਮਹਾਂਪੁਰਸ਼ਾਂ ਦੇ ਅੰਦਰੋਂ ਗੱਲ ਨਿਕਲੀ ਹੋਈ ਹੈ, ਉਹ ਇੱਕ ਜਿਹੜਾ ਸੋਮੇ ਦਾ ਪਾਣੀ ਹੈ, ਉਹ ਅਧਿਆਤਮਕ ਗਿਆਨ ਹੈ, ਉਹਨਾਂ ਦੇ ਅੰਦਰੋਂ ਕਮਾਈ ਰੋਲਦੀ ਹੈ, ਉਹਨਾਂ ਨੂੰ ਕੁਦਰਤੀ ਵਾਹਿਗੁਰੂ ਆਪ ਬੁਲਾਉਂਦਾ ਹੈ। ਤੇ ਉਹ ਮਹਾਂਪੁਰਸ਼ ਸੰਤ ਬਾਬਾ ਦਰਨੈਲ ਸਿੰਘ ਜੀ, ਇਸ ਤੋਂ ਅੱਗੇ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ ਨਾ, ਇੱਥੋਂ ਗੱਲ ਚੱਲਦੀ ਹੈ ਜੀ, ਜਿਹੜਾ ਤੁਸੀਂ ਪੁੱਛਿਆ ਅੱਜ ਦੇ ਜਿਹੜਾ ਆਪਾਂ ਦਿਹਾੜਾ 400 ਸਾਲਾ ਬਣਾ ਰਹੇ ਹਾਂ ਬੰਦੀ ਛੋੜ ਦਿਵਸ। ਸੋ ਬੰਦੀ ਛੋੜ ਦਿਵਸ ਦੀ ਸ਼ੁਰੂਆਤ ਜਦੋਂ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਗਿਆ, 11 ਸਾਲ ਦੀ ਉਮਰ ਸੀ ਉਸ ਟਾਈਮ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ। ਅਕਾਲ ਤਖ਼ਤ ਸਾਹਿਬ ਦੇ ਥੜੇ ਤੇ ਖੜ ਕੇ ਮੇਰੀ ਪੀਰ ਦੇ ਮਾਲਕ ਪੰਜ ਪਿਆਲੇ ਪੰਜ ਪੀਰ ਛਟਨ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਅਕਾਲ ਤਖ਼ਤ ਸਾਹਿਬ ਦੇ ਥੜੇ ਤੇ ਖੜ ਕੇ ਬਚਨ ਕਹਿ ਸਨ, ਚੋਰ ਯਾਰ ਠੱਗ ਮਾੜੇ ਕੋ ਕਰਮ ਕਰਨ ਵਾਲੇ ਬੰਦੇ ਨੂੰ ਜਿਹੜੇ ਪਾਪ ਲੱਗਦੇ ਨੇ ਉਹ ਸਾਨੂੰ ਲੱਗਣ, ਜੇ ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ ਨਾ ਲਈਏ ਤਾਂ। ਜਦੋਂ ਸੱਚ ਬੋਲਿਆ ਜਾਂਦਾ ਨਾ ਉਸ ਟਾਈਮ ਤੇ ਸੁਣਨਾ ਬੜਾ ਔਖਾ ਹੈ। ਜਿਹੜੇ ਉਸ ਟਾਈਮ ਦੇ ਮਸੰਦ ਸਨ, ਜਿਹੜੇ ਸਿੱਖ ਸਨ, ਜਿਹੜੇ ਕੇਵਲ ਮਾਲਾ ਫੇਰਨੀ ਜਾਣਦੇ ਸਨ, ਜਿਨ੍ਹਾਂ ਨੇ ਕਦੀ ਤਲਵਾਰ ਨਹੀਂ ਚੱਕੀ ਸੀ, ਅੰਦਰੋਂ ਡਹਿਲ ਗਏ, ਡਰ ਗਏ। ਸਾਡੇ ਜਗਤ ਮਾਤਾ ਗੰਗਾ ਜੀ ਨੂੰ ਜਾ ਕੇ ਕਹਿੰਦੇ, ਮਾਤਾ ਜੀ ਆਪਣੇ ਬਾਲਕ ਬੱਚੇ ਨੂੰ ਹਰਗੋਬਿੰਦ ਨੂੰ ਸਮਝਾਓ, ਅਜੀ ਉਮਰ ਛੋਟੀ 11 ਕੁ ਸਾਲ ਦੀ, ਗੁਰੂ ਨਾਨਕ ਦੀ ਤੇ ਗੱਦੀ ਤੇ ਬਹਿ ਕੇ ਐਡੇ ਐਡੇ ਵੱਡੀਆਂ ਗੱਲਾਂ ਕਰਨੀਆਂ, ਉਹ ਸਰਕਾਰ ਦੇ ਨਾਲ ਬਗਾਵਤ ਕਰ ਦੇਣੀ, ਸਰਕਾਰ ਬਰਦਾਸ਼ਤ ਨਹੀਂ ਕਰੇਗੀ। ਅੱਗੇ ਵੇਖੋ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਗਿਆ, ਅਜੀ ਛੋਟੀ ਉਮਰ ਵਿੱਚ ਕੋਈ ਹੋਰ ਨਾ ਕਾਰਾ ਵਰਤ ਜਾਵੇ, ਤੁਸੀਂ ਬਾਲਕ ਹਰਗੋਬਿੰਦ ਨੂੰ ਸਮਝਾਉਣਾ ਕਰੋ। ਕੇਵਲ 11 ਸਾਲ ਦੀ ਉਮਰ ਸੀ, 11 ਸਾਲ ਦੀ ਉਮਰ ਦੇ ਵਿੱਚ ਗੱਦੀ ਤੇ ਬੈਠੇ ਸਨ। ਸੋ ਸ਼ਾਮ ਹੋਈ ਹੈ, ਮੇਰੀ ਪੀਰ ਦੇ ਮਾਲਕ ਹਰਗੋਬਿੰਦ ਸਾਹਿਬ ਮਹਾਰਾਜ ਘਰੇ ਆਏ, ਸਾਡੇ ਜਗਤ ਮਾਤਾ ਗੰਗਾ। ਇਹ ਕਿਤਾਬਾਂ ਵਿੱਚੋਂ ਗਿਆਨ ਨਹੀਂ ਮਿਲੇਗਾ ਖਾਲਸਾ ਜੀ, ਇਹ ਬਚਨ ਮੈਂ ਜਿਹੜੇ ਸੁਣਾ ਰਿਹਾ ਸੰਤ ਮਹਾਂਪੁਰਸ਼ ਸੰਤ ਬਾਬਾ ਦਰਨੈਲ ਸਿੰਘ ਦੇ ਨੇ, ਜਿਹੜੇ ਕਿ ਮੰਜੀ ਸਾਹਿਬ ਤੇ ਖੜ ਕੇ ਉਹ ਕਰਿਆ ਕਰਦੇ ਸਨ। ਸੋ ਕੀ ਹੋਇਆ, ਸ਼ਾਮ ਨੂੰ ਘਰੇ ਆਏ ਨੇ, ਮਾਤਾ ਗੰਗਾ ਜੀ ਕਹਿਣ ਲੱਗੇ, ਪੁੱਤਰ ਅੱਜ ਤੁਹਾਡੀ ਸ਼ਿਕਾਇਤ ਆਈ, ਦੱਸੋ ਮਾਤਾ ਜੀ ਕੀ ਸ਼ਿਕਾਇਤ ਆਈ ਹੈ। ਸਿੱਖ ਆਹ ਗੱਲ ਕਹਿੰਦੇ ਨੇ ਕਿ ਇਹ ਸਰਕਾਰ ਨਾਲ ਬਗਾਵਤ ਕਰ ਦਿੱਤੀ, ਤੁਸੀਂ ਇਹ ਬਚਨ ਕਹੇ ਨੇ। ਮਾਤਾ ਜੀ ਬਚਨ ਕਹਿ ਨਹੀਂ, ਇਹ ਪੂਰੇ ਕਰਨੇ ਨੇ। ਸਮਾਂ ਆਵੇਗਾ ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਲੈਣਾ ਹੈ। ਖਾਲਸਾ ਜੀ ਉਹ ਸਮਾਂ, ਇਹ ਜਿਹੜੇ ਬਚਨ ਸਨ ਇਹ ਚੰਦੂ ਕੋਲ ਵੀ ਪਹੁੰਚ ਜਾਂਦੇ ਨੇ। ਹੁਣ ਆਖਰ ਚੰਦੂ ਡਰਦਾ ਵੀ ਕਿਸ ਤਰੀਕੇ ਨਾਲ ਇਹਨਾਂ ਨੂੰ ਮੈਂ ਕੈਦ ਕਰਾਂ, ਕਿਸ ਤਰੀਕੇ ਨਾਲ ਇਹਨਾਂ ਨੂੰ ਵੀ ਸ਼ਹੀਦ ਕਰਾ ਦੇਵਾਂ। ਮਤਲਬ ਸੋਚੀ ਸਮਝੀ ਸ਼ੁਰੂਆਤ ਤੋਂ ਇਹਨਾਂ ਨੇ ਇੱਕ ਲਾਈ ਸੀ ਕਿ ਗੁਰੂ ਨਾਨਕ ਦੇ ਘਰ ਨਾਲ ਮੱਥਾ ਮਾਰਨਾ ਤੇ ਖਤਮ ਕਰਨਾ। ਹਾਂ, ਕੀ ਹੋਇਆ, ਮਹਾਰਾਜ ਛੇਵੇਂ ਪਾਤਸ਼ਾਹ ਨੇ ਜਦੋਂ ਇਹ ਬਚਨ ਕਹਿ ਦਿੱਤੇ, ਚੰਦੂ ਨੇ ਜੋਤਸ਼ੀਆਂ ਪੰਡਤਾਂ ਨੂੰ ਪ੍ਰੇਰਿਆ, ਬਹੁਤ ਮਾਇਆ ਦੇਗੀ, ਤੁਸੀਂ ਬਾਦਸ਼ਾਹ ਜਹਾਂਗੀਰ ਨੂੰ ਇਹ ਗੱਲ ਕਹੋ ਤੇਰੇ ਤੇ ਸਾੜ ਸਤੀ ਆਈ ਹੈ। ਇਸ ਸਾੜ ਸਤੀ ਨੂੰ ਟਾਲਣ ਵਾਸਤੇ
ਛੇਵੇਂ ਪਾਤਸ਼ਾਹ ਕੋਲ ਆਪਣੇ ਕੋਲ ਰੱਖ ਕੇ ਜਪ ਤਪ ਕਰਾਓ, ਨਹੀਂ ਤਾਂ ਤੁਹਾਡਾ ਛੇਤੀ ਨੁਕਸਾਨ ਹੋਣ ਵਾਲਾ ਹੈ। ਜੇ ਤੁਸੀਂ ਸਾੜ ਸਤੀ ਨੂੰ ਥੋੜਾ ਜਿਹਾ ਖੁੱਲ ਕੇ ਦੱਸ ਦਿਓ, ਕਿਉਂਕਿ ਸ਼ਾਇਦ ਵੀ ਤੁਹਾਡਾ ਬਹੁਤ ਸਾੜ ਸਤੀ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ, ਜਿੰਦੇ 'ਚ ਤੁਹਾਡੀ ਜਾਨ ਵੀ ਜਾ ਸਕਦੀ, ਤੁਹਾਡਾ ਰਾਜ ਬਰਬਾਦ ਥੋੜੇ ਅਲੋਪ ਹੋ ਰਹੇ ਨੇ, ਇਸ ਕਰਕੇ ਕੁਝ ਵੀ ਹੋ ਸਕਦਾ। ਪਰ ਇਸ ਨੂੰ ਸੰਭਾਲਣ ਵਾਸਤੇ, ਇਸ ਨੂੰ ਟਾਲਣ ਵਾਸਤੇ ਤੁਸੀਂ ਪਾਠ ਪੂਜਾ ਕਰਾਓ। ਪਰ ਉਹ ਪਾਠ ਪੂਜਾ ਵੀ ਗੁਰੂ ਹਰਗੋਬਿੰਦ ਸਾਹਿਬ ਕਰਨ ਤਾਂ ਟਲੇਗੀ। ਕਾਰਨ ਵੀ ਕਿਸੇ ਤਰੀਕੇ ਨਾਲ ਛੇਵੇਂ ਪਾਤਸ਼ਾਹ ਇਹਨਾਂ ਦੀ ਕੈਦ ਵਿੱਚ ਆ ਜਾਣ, ਮੇਰਾ ਫਿਰ ਸਮਾਂ ਮਿਲ ਜਾਵੇਗਾ ਤੇ ਮੈਂ ਇਹਨਾਂ ਨੂੰ ਸ਼ਹੀਦ ਕਰਾ ਦੇਵਾਂਗਾ। ਰਾਜਨੀਤਿਕ ਹਾਂ, ਚੰਦੂ ਪਾਪੀ ਦੀ ਇਹ ਸੋਚ ਸੀ। ਬਾਦਸ਼ਾਹ ਜਹਾਂਗੀਰ ਨੇ ਮੇਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੱਦਾ ਭੇਜਿਆ, ਮਹਾਰਾਜ ਮੇਰੇ ਕੋਲ ਆਓ, ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਨਿਰਵੈਰ ਨੇ, ਮਹਾਰਾਜ ਕਹਿੰਦੇ ਗੱਲ ਹੀ ਕੋਈ ਨਹੀਂ ਭਾਈ, ਅਸੀਂ ਆ ਜੰਨੇ ਆ। ਹਾਂ ਭਾਈ ਦੱਸ ਕੀ ਗੱਲ ਹੈ? ਕਹਿੰਦਾ ਮਹਾਰਾਜ ਮੇਰੀ ਬੇਨਤੀ ਹੈ, ਮੇਰੇ ਤੇ ਆ ਜਿਹੜਾ ਕਸ਼ਟ ਆ ਰਿਹਾ, ਸਾੜ ਸਤੀ ਆ ਰਹੀ ਹੈ, ਮਹਾਰਾਜ ਤੁਸੀਂ ਕਿਰਪਾ ਕਰ ਦਿਓ, ਟਾਲ ਦਿਓ ਮੇਰੇ ਤੋਂ, ਮੇਰੇ ਕੋਲ 40 ਕੁ ਦਿਨ ਰਹੋ, ਮੈਨੂੰ ਸੇਵਾ ਦਾ ਮੌਕਾ ਮਿਲ ਜਾਵੇ ਤੇ ਮਹਾਰਾਜ ਤੁਸੀਂ ਕਿਰਪਾ ਕਰਕੇ ਪਾਠ ਪੂਜਾ ਕਰਕੇ ਇਹਨੂੰ ਟਾਲ ਦਿਓ। ਮਹਾਰਾਜ ਕਹਿੰਦੇ ਜਾਣਦੇ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਕਹਿੰਦੇ ਬਾਦਸ਼ਾਹ ਇਹ ਸਾੜ ਸਤੀ ਤੇਰੇ ਤੇ ਨਹੀਂ ਆਈ, ਇਹ ਜਿੰਦੇ ਤੇ ਆਈ ਹੈ, ਉਸੇ ਤੇ ਆਈ ਹੈ, ਪਰ ਇਹ ਸਮਾਂ ਬਣਨਾ ਹੀ ਹਿਸਾਬ ਨਾਲ ਹੈ, ਤੂੰ ਕਿਹਾ ਅਸੀਂ ਕਰ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕੇਵਲ 40 ਦਿਨ ਕਹਿ ਕੇ ਉਸ ਗਵਾਲੀਅਰ ਦੇ ਕਿਲੇ ਵਿੱਚ ਰੱਖਿਆ ਗਿਆ ਸੀ ਖਾਲਸਾ ਜੀ, ਜਿੱਥੇ ਹੁਣ ਸਿੱਖ ਕੌਮ ਨੇ ਬੜੀ ਬਹੁਤ ਭਾਰੀ ਸੰਗਤਾਂ ਦਾ ਇਕੱਠ ਕਰਕੇ 400 ਸਾਲਾ ਮਨਾਇਆ, ਜਿਹਦੇ ਵਿੱਚ ਬਹੁਤ ਵੱਡੇ ਵੱਡੇ ਮਹਾਂਪੁਰਸ਼ਾਂ ਨੇ, ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਹੋਰ ਬੇਅੰਤ ਮਹਾਂਪੁਰਸ਼ਾਂ ਨੇ ਸੋ ਭਾਰੀ ਲੰਗਰ ਲਾਏ, ਅੱਖਾਂ ਦੇ ਕੈਂਪ ਲਾਏ, ਬਹੁਤ ਵੱਡੀਆਂ ਸਭਾਵਾਂ ਕੀਤੀਆਂ, ਬਹੁਤ ਭਾਰੀ ਰੋਜ਼ਾਨਾ ਅੰਮ੍ਰਿਤ ਸੰਚਾਰ ਹੁੰਦੇ ਰਹੇ ਉੱਥੇ, ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਸੋ ਨਗੁਰੇ ਪੁਣੇ ਦੀ ਜੂਠ ਲਾਈ। ਉਸ ਜਗ੍ਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਰੱਖਿਆ ਗਿਆ। ਪਰ ਕਾਰਨ ਕੀ ਦੇਖਿਆ ਉੱਥੇ ਜਾ ਕੇ ਮਹਾਰਾਜ ਨੇ? ਜਿੱਥੇ ਪਹਾੜੀ 52 ਰਾਜੇ ਪਹਿਲਾਂ ਕੈਦ ਕੀਤੇ ਹੋਏ ਨੇ, ਜਿਹੜੇ ਕਿ ਬਗਾਵਤ ਕਰਦੇ ਸੀ, ਬਹੁਤ ਤੰਗ ਕਰਦੇ ਸੀ, ਬੜੀ ਮੁਸ਼ਕਿਲ ਦੇ ਨਾਲ ਬਾਦਸ਼ਾਹ ਜਹਾਂਗੀਰ ਨੇ ਉਹਨਾਂ ਨੂੰ ਕੈਦ ਕੀਤਾ ਹੋਇਆ ਸੀ। ਪਰ ਉਹਨਾਂ ਦੀ ਕੈਦ ਵੀ ਉਮਰ ਕੈਦ ਇਹੋ ਜਿਹੀ ਸੀ, ਉੱਥੇ 52 ਥੰਮ ਬਣੇ ਹੋਏ ਨੇ, ਸੰਗਤਾਂ ਨੇ ਵੇਖੇ ਹੋਣਗੇ। ਉਹਨਾਂ ਥੰਮਾਂ ਦੇ ਨਾਲ ਸੰਗਲ ਪਾ ਕੇ ਇੱਕ ਇੱਕ ਰਾਜੇ ਨੂੰ ਬੰਨਿਆ ਸੀ। ਬਹੁਤ ਮਾੜੀ ਖੁਰਾਕ ਦਿੱਤੀ ਜਾਂਦੀ ਸੀ, ਜਿੰਦੇ ਵਿੱਚ ਜ਼ਹਿਰੀਲਾਪਣ ਪਾਇਆ ਜਾਂਦਾ ਸੀ, ਜਿਵੇਂ ਅੱਜ ਵੀ ਕੀਤਾ ਜਾਂਦਾ, ਜਿਵੇਂ ਕਿ ਕਾਲੇ ਪਾਣੀ ਦੀ ਸਜ਼ਾ ਸੀ। ਉਸ ਖਾਣੇ ਵਿੱਚ ਚੰਗਾ ਖਾਣਾ ਨਹੀਂ ਸੀ ਦਿੱਤਾ ਜਾਂਦਾ, ਜਿੰਦੇ ਨਾਲ ਹੌਲੀ ਹੌਲੀ ਖਾਣ ਦੇ ਨਾਲ ਬੰਦੇ ਦੇ ਹੱਡ ਖੁਰ ਜਾਂਦੇ ਨੇ, ਬੰਦੇ ਦੀ ਜ਼ਿੰਦਗੀ ਚਲੀ ਜਾਂਦੀ ਹੈ। ਕੀ ਹੋਇਆ ਵੀ ਇਸ ਤਰੀਕੇ ਦੇ ਨਾਲ ਮਾੜੀ ਖੁਰਾਕ ਦਿੱਤੀ ਜਾਂਦੀ ਸੀ। ਪਰ ਜਿਸ ਦਿਨ ਤੋਂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਚਲੇ ਗਏ ਨੇ, ਖਾਲਸਾ ਜੀ ਉਹ ਤਾਂ ਸਾਡੇ ਗੁਰੂ ਸਾਹਿਬ ਸਨ, ਕਿਤੇ ਸਿੱਖ ਵੀ ਚਲਾ ਜਾਂਦਾ। ਅੱਜ ਵੇਖੋ ਦੇਸਾਂ ਪ੍ਰਦੇਸਾਂ ਵਿੱਚ ਉਹ ਬਾਬੇ ਗੁਰੂ ਨਾਨਕ ਦਾ ਚਲਾਇਆ ਹੋਇਆ 20 ਰੁਪਈਆਂ ਦਾ ਲੰਗਰ ਦਿਨ ਰਾਤ ਚੱਲਦਾ, ਨਿਰੰਤਰ ਚੱਲਦਾ। ਕਿਤੇ ਹੜ੍ਹ ਆ ਜਾਣ, ਕਿਤੇ ਪਾਣੀ ਆ ਜਾਵੇ, ਕਿਤੇ ਆਫਤ ਆ ਜਾਵੇ, ਆ ਗੁਰੂ ਨਾਨਕ ਦੇ ਸਿੱਖ ਉੱਥੇ ਵੀ ਲੰਗਰ ਲਾਉਂਦੇ ਨਾ। ਵੇਖੋ ਤੁਸੀਂ ਕਿਸਾਨ ਮੋਰਚਾ ਲੱਗਾ, ਨਾਲੇ ਲੰਗਰ ਲਾਇਆ, ਨਾਲੇ ਉਹਨਾਂ ਨੂੰ ਲੰਗਰ ਛਕਾਉਂਦੇ, ਨਾਲੇ ਉਹਨਾਂ ਤੋਂ ਡਾਂਗਾ ਖਾਂਦੇ ਨੇ। ਵੇਖੋ ਸਿੱਖ ਕੈਸਾ ਹੈ, ਸਿੱਖ ਫਿਰ ਵੀ ਉਹਨਾਂ ਦਾ ਭਲਾ ਮੰਗਦਾ। ਤੇ ਇਸ ਤਰ੍ਹਾਂ ਗੁਰੂ ਨਾਨਕ ਦਾ ਘਰ ਹੀ ਐਸਾ, ਕਿਸੇ ਦਾ ਬੁਰਾ ਨਹੀਂ ਮੰਗਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਐਸੇ ਸਤਿਗੁਰੂ ਦੀਨ ਦਿਆਲ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਤਰੀਕੇ ਦੇ ਨਾਲ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਨ ਰਾਤ ਨਿਰੰਤਰ ਉੱਥੇ ਲੰਗਰ ਚੱਲਣ ਲੱਗਾ। ਜਿਹੜਾ ਖਰਚਾ ਮਹਾਰਾਜ ਨੂੰ ਦਿੱਤਾ ਜਾਂਦਾ ਸੀ, ਮਹਾਰਾਜ ਨੂੰ ਸਰਕਾਰੀ ਖਰਚਾ ਆਪ ਨਹੀਂ ਵਰਤਦੇ, ਪੂਜਾ ਦਾ ਉਹ ਜਿਹੜਾ ਉਹਦਾ ਧਨ ਸੀ ਬਾਦਸ਼ਾਹ ਦਾ, ਉਹਨੂੰ ਜ਼ਹਿਰ ਜਾਣਦੇ ਨੇ, ਬਿੱਖ ਜਾਣਦੇ ਨੇ, ਉਹ ਰਾਜਿਆਂ ਨੂੰ ਦਿੱਤਾ ਜਾਂਦਾ। ਮਹਾਰਾਜ ਦੇ ਲੰਗਰ ਪਾਣੀ ਦਾ ਪ੍ਰਬੰਧ ਸਿੱਖ ਦਿਹਾੜੀ ਕਰਕੇ ਕਮਾ ਕੇ ਲਿਆਉਂਦੇ ਨੇ, ਉਹਦਾ ਲੰਗਰ ਪਾਣੀ ਛਕਿਆ ਜਾਂਦਾ। ਸਮਾਂ ਆਪਣੀ ਚਾਲ ਚੱਲੀ ਜਾ ਰਿਹਾ। ਤੁਹਾਨੂੰ ਇੱਕ ਗੱਲ ਪੁੱਛਣਾ ਚਾਹਾਂਗੀ, ਜਦੋਂ ਜਿਵੇਂ ਆਪਾਂ ਇੱਕ ਗੱਲ ਹੋਰ ਦਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਬੜੀ ਹੀ ਸ਼ੋਭਦੀ ਹੈ ਬਾਬਾ ਬੁੱਢਾ ਜੀ ਦੀ, ਜਿਹੜਾ ਬਾਬਾ ਬੁੱਢਾ ਜੀ ਦਾ ਇਤਿਹਾਸ ਹੈ ਉਹ ਵੀ ਕੀ ਗਵਾਲੀਅਰ ਦੇ ਕਿਲੇ ਦੇ ਨਾਲ ਹੀ ਹੈ। ਆਪਾਂ ਉੱਥੇ ਆ ਰਹੇ ਹਾਂ। ਹਾਲਾਂ ਤਾਂ ਗੁਰੂ ਸਾਹਿਬ ਨੂੰ ਕੈਦ ਕੀਤਾ ਨਾ, ਉਹ ਤਾਂ ਫਿਰ ਹੁਣ ਉਡੀਕ ਕੇ ਮਾਰੇ ਨੂੰ ਹੋਣਗੇ ਵੀ 40 ਦਿਨ ਲੰਘੇ ਕਿਉਂ ਨਹੀਂ ਆਏ। ਸੋ ਇਸ ਤਰੀਕੇ ਨਾਲ 40 ਦਿਨਾਂ ਤੋਂ ਦਿਨ ਉੱਪਰ ਲੰਘ ਚੱਲੇ ਨੇ, ਦਿਨ ਰਾਤ ਲੰਗਰ ਚੱਲ ਰਿਹਾ ਹੈ। ਪਰ ਸੰਗਤਾਂ ਜਦੋਂ ਸਮਾਂ ਬਹੁਤਾ ਹੋ ਗਿਆ, ਸਾਰੀਆਂ ਨੇ ਵਿਚਾਰ ਕੀਤੀ, ਜਦੋਂ ਕੋਈ ਵੀ ਗੁਰੂ ਘਰ ਵਿੱਚ ਬਾਬਾ ਬੁੱਢਾ ਜੀ ਨੇ ਪਹਿਲੀ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ, ਸੋ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ, 125 ਸਾਲ ਦੀ ਉਮਰ ਬਾਬਾ ਬੁੱਢਾ ਜੀ ਦੀ, 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੂੰ ਮਿਲੇ ਸਨ, ਜਿਨ੍ਹਾਂ ਨੇ 113 ਸਾਲ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ, 125 ਸਾਲ ਦੀ ਉਮਰ ਸੀ। ਜਦੋਂ ਕੋਈ ਐਸੀ ਗੱਲ ਹੁੰਦੀ ਸੀ, ਬਾਬਾ ਬੁੱਢਾ ਜੀ ਨੂੰ ਪੁੱਛਿਆ ਜਾਂਦਾ ਸੀ, ਬਾਬਾ ਜੀ ਕੀ ਕੀਤਾ ਜਾਵੇ? ਸਤਿਗੁਰੂ ਜੀ ਨੂੰ 40 ਦਿਨ ਆਖਿਆ ਸੀ, ਆ ਸਮਾਂ ਕਿੰਨਾ ਬੀਤ ਹੋ ਗਿਆ।
ਬਾਬਾ ਜੀ ਨੂੰ ਉਸ ਸਮੇਂ ਤੋਂ ਜਿਹੜੀਆਂ ਅੱਜ ਅਸੀਂ ਚੌਂਕੀਆਂ ਕੱਢਦੇ ਹਾਂ, ਜਿਹੜੀਆਂ ਕੱਢੀਆਂ ਜਾਂਦੀਆਂ ਨੇ, ਨਿਸ਼ਾਨ ਸਾਹਿਬ ਪੜ੍ਹ ਕੇ ਸ਼ਬਦ ਗਾਇਨ ਕੀਤਾ ਜਾਂਦੇ ਨੇ, ਅੱਜ ਵੀ ਲੋਕ ਜਦੋਂ ਗੁਰਪੁਰਬ ਆਉਂਦੇ ਨੇ ਪ੍ਰਭਾਤ ਫੇਰੀਆਂ ਕੱਢਦੇ ਨੇ ਜੀ। ਬਾਬਾ ਬੁੱਢਾ ਜੀ ਨੇ ਨਿਸ਼ਾਨ ਸਾਹਿਬ ਫੜਿਆ, ਸੰਗਤਾਂ ਨਾਲ ਪਰ ਜਦੋਂ ਅੱਜ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਨੇ, ਕਈ ਵਾਰੀ ਐਸੇ ਮਨਮੁਖ ਹੁੰਦੇ ਨੇ, ਉਹ ਕਹਿੰਦੇ ਨੇ ਇਹ ਤਾਂ ਇਸ ਮਤਲਬ ਨਹੀਂ ਨਾ, ਫਿਰ ਉਹ ਤਾਂ ਹਰ ਗੱਲ ਤੇ ਜਿਹੜੇ ਬੰਦੇ ਤਾਂ ਉਹਨਾਂ ਦਾ ਕੰਮ ਹੀ ਹੈ। ਸੋ ਨਿਰੰਤਰ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਬਦ ਗਾਇਨ ਕਰਦੀਆਂ ਹੋਈਆਂ ਸੰਗਤਾਂ ਗਵਾਲੀਅਰ ਦੇ ਕਿਲ੍ਹੇ ਵੱਲ ਚੱਲ ਪਈ। ਇੱਕ ਨਹੀਂ, ਕਈ ਹਜ਼ਾਰਾਂ ਤੁਰ ਪਈਆਂ ਪ੍ਰਭਾਤ ਫੇਰੀਆਂ ਜੀ। ਤੇ ਉਸ ਗਵਾਲੀਅਰ ਦੇ ਕਿਲ੍ਹੇ ਦੇ ਚਾਰੇ ਪਾਸੇ ਸੰਗਤਾਂ ਦਾ ਘੇਰਾ ਵੱਜ ਗਿਆ, ਚਾਰੇ ਪਾਸੇ। ਹੁਣ ਗੁਰੂ ਸਾਹਿਬ ਨੂੰ ਰਿਹਾ ਨਹੀਂ ਕਰ ਰਿਹਾ, ਉਹਦੇ ਵਿੱਚੋਂ ਫਿਰ ਦੋ ਸਿੱਖ ਉੱਠਦੇ ਨੇ, ਜਿਹੜੀ ਚਰਚਾ ਚੱਲ ਰਹੀ ਕੀ ਕੀਤਾ ਜਾਵੇ, ਕਿਵੇਂ ਕੀਤਾ ਜਾਵੇ। ਬਾਦਸ਼ਾਹ ਨੂੰ ਕੋਈ ਯਾਦ ਹੀ ਨਹੀਂ। ਮਹਾਰਾਜ ਨੂੰ 40 ਦਿਨ ਆਖਿਆ ਸੀ, ਕਿੰਨਾ ਚਿਰ ਵੇਖੋ ਤੁਸੀਂ ਵੇਖਦੇ ਹੋ, 20-20 ਸਾਲਾਂ ਦੀਆਂ ਕੈਦਾਂ ਸੀ, 30-30 35-35 40-40 ਸਾਲ ਉਮਰਾਂ ਲੰਘ ਚੱਲੀਆਂ। ਇਹ ਰਾਮ ਦੀ ਨੀਂਦ ਸੁੱਤੇ ਪਏ ਨੇ, ਇਹਨਾਂ ਨੂੰ ਕੋਈ ਯਾਦ ਨਹੀਂ। ਉਸੇ ਤਰ੍ਹਾਂ ਉਹ ਇਹੋ ਹਾਲਾਤ ਸੀ ਜਦੋਂ ਇਹ ਸਮਾਂ ਬਣਿਆ। ਇਹ ਮਹਾਂਪੁਰਸ਼ਾਂ ਦੇ ਵਚਨ ਨੇ, ਸੰਤ ਬਾਬਾ ਜਰਨੈਲ ਸਿੰਘ ਦੇ ਦੋ ਸਿੱਖ ਉੱਠੇ ਨੇ ਮਹਾਰਾਜ ਦੇ ਬੜੇ ਪਿਆਰੇ, ਭਾਈ ਜੇਠਾ ਜੀ ਤੇ ਭਾਈ ਪ੍ਰਾਣਾ ਜੀ। ਬਾਬਾ ਬੁੱਢਾ ਜੀ ਕੋਲ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ, ਬਾਬਾ ਜੀ ਸਾਨੂੰ ਹੁਕਮ ਕਰੋ। ਆ ਬਾਬਾ ਬੁੱਢਾ ਜੀ ਦੱਸੋ, ਆ 6ਵੇਂ ਪਾਤਸ਼ਾਹ ਨੂੰ ਕਿੰਨੇ ਦਿਨ ਆਖਿਆ ਸੀ ਤੇ ਕਿੰਨਾ ਸਮਾਂ ਸਾਲ ਤੋਂ ਉੱਪਰ ਬੀਤ ਗਿਆ, ਮਹਾਰਾਜ ਨੂੰ ਰਿਹਾ ਨਹੀਂ ਕਰ ਰਿਹਾ, ਕੀ ਹੋਣਾ ਚਾਹੀਦਾ? ਫਿਰ ਤੁਸੀਂ ਦੱਸੋ ਵੀ ਸਿੱਖੋ ਕੀ ਹੋਣਾ ਚਾਹੀਦਾ। ਤੇ ਕਹਿੰਦੇ ਬਾਬਾ ਜੀ ਇੱਕ ਬੇਨਤੀ ਕਰਨੀ ਚਾਹੁੰਦੇ ਆ, ਜੇ ਤੁਸੀਂ ਸਾਨੂੰ ਆਗਿਆ ਦੇ ਦਿਓ, ਅਸੀਂ ਪਾਤਸ਼ਾਹ ਨੂੰ ਜਾ ਕੇ ਦੱਸੀਏ ਵੀ ਕਿਸ ਹਿਸਾਬ ਨਾਲ ਤੂੰ ਕਿੰਨਾ ਸਮਾਂ ਹੋ ਗਿਆ। ਖਾਲਸਾ ਜੀ ਪਤਾ ਨਹੀਂ ਕਿੰਨੇ ਸੈਂਕੜੇ ਜੰਦਰੇ ਲੱਗੇ ਹੋਣਗੇ, ਕਿੰਨੇ ਪਹਿਰਿਆਂ ਤੋਂ ਥੱਲੇ ਬਾਦਸ਼ਾਹ ਆਰਾਮ ਕਰਦਾ ਹੋਵੇਗਾ, ਜਿੱਥੇ ਜਾ ਕੇ ਦੱਸਣਾ ਕੋਈ ਸੌਖਾ ਨਹੀਂ ਸੀ। ਪਰ ਮਹਾਂਪੁਰਸ਼ਾਂ ਨੇ ਇੱਕ ਵਚਨ ਕਿਹਾ ਸੀ, ਯਾਦ ਰੱਖਿਓ ਜਿੱਥੋਂ ਤੱਕ ਹਵਾ ਤੇ ਪਾਣੀ ਚਲਾ ਜਾਂਦਾ ਹੈ, ਉਹ ਕਮਾਈ ਵਾਲੇ ਮਹਾਂਪੁਰਸ਼, ਕਮਾਈ ਵਾਲੇ ਜਿਹੜੇ ਗੁਰਸਿੱਖ ਨੇ ਉੱਥੋਂ ਤੱਕ ਪਹੁੰਚ ਜਾਂਦੇ ਨੇ ਆਤਮਿਕ ਸ਼ਕਤੀ ਦੁਆਰਾ। ਅੱਧੀ ਰਾਤ ਦੇ ਸਮੇਂ ਬਾਦਸ਼ਾਹ ਜਹਾਂਗੀਰ ਜਿੱਥੇ ਆਰਾਮ ਕਰ ਰਿਹਾ ਸੀ, ਸ਼ੇਰ ਦਾ ਰੂਪ ਧਾਰ ਕੇ ਉਹਦੀ ਛਾਤੀ ਤੇ ਜਾ ਚੜੇ, ਚੀਕਾਂ ਮਾਰਦਾ, ਕਹਿੰਦਾ ਮੈਨੂੰ ਬਚਾਓ, ਮੈਨੂੰ ਬਚਾਓ। ਕਹਿੰਦੇ ਤੈਨੂੰ ਬਚਾਉਣ ਵਾਲਾ ਇੱਥੇ ਕੋਈ ਨਹੀਂ ਆਵੇਗਾ। ਉਹ ਤੈਨੂੰ ਯਾਦ ਨਹੀਂ, ਤੂੰ ਮਹਾਰਾਜ ਨੂੰ ਕਿੰਨੇ ਦਿਨਾਂ ਵਾਸਤੇ ਗਿਆ ਸੀ? 40 ਦਿਨਾਂ ਦਾ ਗਿਆ। ਕਿੰਨਾ ਸਮਾਂ ਹੋ ਗਿਆ? ਕਹਿੰਦਾ ਜੇ ਮੇਰੀ ਜਾਨ ਬਖਸ਼ ਦਿਓ ਤੇ ਮੈਂ ਦਿਨ ਚੜ੍ਹਦੇ ਨਾਲ ਮਹਾਰਾਜ ਨੂੰ ਰਿਹਾ ਕਰ ਦਿਆਂਗਾ। ਕਹਿੰਦੇ ਅੱਜ ਦਾ ਦਿਨ ਦਿੱਤਾ ਜਾਂਦਾ, ਅੱਜ ਦੀ ਰਾਤ, ਕੱਲ ਨੂੰ ਮਹਾਰਾਜ ਜੀ ਰਿਹਾ ਹੋਣੇ ਚਾਹੀਦੇ ਨੇ, ਜੇ ਨਾ ਕੀਤੇ ਕੱਲ ਨੂੰ ਤੇਰਾ ਮੱਕੂ ਬੰਨ੍ਹ ਦਿੱਤਾ ਜਾਵੇਗਾ। ਖਾਲਸਾ ਜੀ ਹੁਣ ਰਾਤ ਦੁਖੀ ਬੰਦੇ ਦੀ ਨਹੀਂ ਬੀਤਦੀ, ਸੁਖੀ ਬੰਦਾ ਸੁੱਤਾ ਦਿਨ ਚੜ੍ਹ ਗਿਆ। ਪਰ ਪੁੱਛੋ ਦੁਖੀ ਬੰਦੇ ਨੂੰ ਅੱਧੀ ਰਾਤ ਬੀਤਦੀ ਨਹੀਂ, ਦਿਨ ਚੜ੍ਹਿਆ ਬੜੀ ਮੁਸ਼ਕਲ ਨਾਲ। ਫੌਜਾਂ ਦੇ ਜਰਨੈਲ ਕੰਚ ਬੇਗ ਨੂੰ ਬੁਲਾਇਆ, ਕਹਿੰਦਾ ਮੇਰੇ ਨਾਲ ਰਾਤ ਆਹ ਗੱਲ ਹੋ ਗਈ, ਕੀ ਹੋਣਾ ਚਾਹੀਦਾ? ਕਹਿੰਦਾ ਬਾਦਸ਼ਾਹ ਜੇ ਜਾਣ ਹੈ ਤੇ ਤਾਂ ਹੀ ਜਾਣ ਹੈ ਨਾ, ਮੈਂ ਤੁਹਾਨੂੰ ਰਹਿ ਦਿੰਦਾ, ਮਹਾਰਾਜ ਨੂੰ ਰਿਹਾ ਕਰ ਦਿਓ। ਦਿਨ ਚੜ੍ਹਿਆ, ਕਹਿੰਦਾ ਮਹਾਰਾਜ ਨੂੰ ਕਹੋ ਵੀ ਤੁਸੀਂ ਕਿਲ੍ਹਾ ਛੱਡ ਕੇ ਚਲੇ ਜਾਓ। ਹੁਣ ਮਹਾਰਾਜ ਕੋਈ ਐਸੇ ਛੋਟੇ ਮੋਟੇ ਨਹੀਂ ਸੀ ਗੁਰੂ ਜਿਹੜੇ ਕੋਈ ਠੱਗੇ ਜਾਣਗੇ। ਦੁਨੀਆ ਦੇ ਗੁਰੂ ਠੱਗੇ ਜਾ ਸਕਦੇ ਨੇ, ਪੂਰਾ ਗੁਰੂ ਠੱਗਿਆ ਨਹੀਂ ਜਾਂਦਾ। ਮਹਾਂਪੁਰਸ਼ ਕਹਿੰਦੇ ਨੇ, ਕਹਿੰਦੇ ਆ ਜਿਹੜੇ 52 ਨੇ ਇਹਨਾਂ ਨੂੰ ਨਾਲ ਲੈ ਕੇ ਜਾਣਾ, ਫਿਰ ਜਾਵਾਂਗੇ। ਹੁਣ ਆਗੇ ਦੱਸਿਆ ਕਹਿੰਦੇ ਬੇ, ਕਹਿੰਦਾ ਮਹਾਰਾਜ ਬਾਦਸ਼ਾਹ, ਉਹ ਕਹਿੰਦੇ ਅਸੀਂ 52 ਨੂੰ ਨਾ, ਹੁਣ ਕਹਿੰਦੇ ਦੁਬਿਧਾ 'ਚ ਪੈ ਗਿਆ, ਮੈਂ ਕੀ ਕਰਾਂ? ਬੜੀ ਮੁਸ਼ਕਲ ਨਾਲ ਇਹਨਾਂ ਨੂੰ ਕੈਦ ਕੀਤਾ, ਜੇ ਛੱਡ ਦਿੱਤੇ ਫਿਰ ਕੱਲ੍ਹ ਨੂੰ ਬਗਾਵਤ ਕਰ ਦੇਣਗੇ। ਫਿਰ ਇੱਥੇ ਆਪਣੀ ਉਹ ਸਿਆਸਤ ਪੋਲੀਟਿਕਸ ਵਰਤਦਾ, ਕਹਿੰਦਾ ਚੰਗਾ ਉਹਨਾਂ ਨੂੰ ਕਹੋ ਜਿੰਨੇ ਚੋਲਾ ਫੜ ਕੇ ਜਾਂਦੇ ਲੈ ਜਾਓ। ਉਹਦਾ ਖਿਆਲ ਸੀ 2 ਨਾ 4 ਚਲੇ ਜਾਣਗੇ। ਮਹਾਰਾਜ ਨੇ ਪਤਾ ਨਹੀਂ ਸੀ ਕੀ ਹੋਣਾ, ਕੀ ਕਰਨ ਵਾਲਾ ਨਹੀਂ ਪਤਾ ਮਹਾਰਾਜ ਕੀ ਕਹੋਗੇ। ਮਹਾਰਾਜ ਨੇ ਰਾਤੋਂ ਰਾਤ 52 ਕਲੀਆਂ ਵਾਲਾ ਚੋਲਾ ਛਵਾ ਕੇ 52 ਦੇ 52 ਰਾਜੇ ਰਿਹਾ ਕਰਵਾਏ। ਇਹ ਬੰਦੀ ਛੋੜ ਜਿਹੜਾ 400 ਸਾਲ ਪਹਿਲਾਂ ਦੀ ਗੱਲ ਹੈ, 400 ਸਾਲਾਂ ਮਨਾਇਆ ਗਿਆ। ਮਹਾਰਾਜ 6ਵੇਂ ਪਾਤਸ਼ਾਹ ਜੀ ਜਦੋਂ ਕਿਲ੍ਹੇ 'ਚੋਂ ਰਿਹਾ ਕਰ ਦਿੱਤੇ ਗਏ ਤੇ ਮਹਾਰਾਜ ਕਹਿਣ ਲੱਗੇ ਵੀ ਬਾਦਸ਼ਾਹ ਜਹਾਂਗੀਰ ਸਾਡਾ ਦੋਸ਼ੀ ਸਾਨੂੰ ਦੇ ਦੇ ਚੰਦੂ। ਹੁਣ ਬਾਦਸ਼ਾਹ ਜਹਾਂਗੀਰ ਚੰਦੂ ਤੇ ਕਿਵੇਂ ਉਲਟ ਹੁੰਦਾ ਵੀ ਉਹ ਜਹਾਂਗੀਰ ਕਹਿਣ ਲੱਗਾ ਮਹਾਰਾਜ ਤੁਹਾਡੇ ਕੋਲ ਮਾਲਾ ਬੜੀ ਸੋਹਣੀ ਹੈ, ਮੈਨੂੰ ਇਹਦਾ ਇੱਕ ਮਣਕਾ ਦੇ ਦਿਓ। ਮਹਾਰਾਜ ਕਹਿੰਦੇ ਸਾਡੇ ਪਿਤਾ ਗੁਰੂ ਅਰਜਨ ਸਾਹਿਬ ਜੀ ਦੀ ਇੱਕ ਵੱਡੀ ਮਾਲਾ 108 ਮਣਕਿਆਂ ਦੀ ਇਹ ਚੰਦੂ ਦੇ ਕੋਲ ਹੈ, ਤੂੰ ਉਹ ਲੈ ਲਈ। ਬਾਦਸ਼ਾਹ ਚੰਦੂ ਨੂੰ ਕਹਿੰਦਾ ਵੀ ਤੂੰ ਗੁਰੂ ਅਰਜਨ ਦੇਵ ਜੀ ਵਾਲੀ ਮਾਲਾ ਤੇਰੇ ਕੋਲ ਹੈਗੀ ਆ? ਉਹ ਕਹਿੰਦਾ ਮੇਰੇ ਕੋਲ ਨਹੀਂ ਗੀ। ਮਹਾਰਾਜ ਨੇ ਫਿਰ ਬੰਦੇ ਭੇਜੇ, ਜਾਓ ਦੀ ਅਲਮਾਰੀ ਵਿੱਚੋਂ ਫਲਾਣੀ ਜਗ੍ਹਾ ਤੋਂ ਚੱਕ ਕੇ ਲਿਆਓ। ਜਦੋਂ ਚੱਕ ਕੇ ਮਾਲਾ ਲਿਆਂਦੀ, ਬਾਦਸ਼ਾਹ ਨੂੰ ਫੜਾਈ, ਬਾਦਸ਼ਾਹ ਯਕਦਮ ਅੰਦਰ ਉਲਟ ਹੋ ਗਿਆ। ਉਹ ਕਹਿੰਦਾ ਪਾਪੀਆ ਤੂੰ ਮੇਰੇ ਕੋਲ ਵੀ ਝੂਠ ਬੋਲਦਾ ਰਿਹਾ। ਕਹਿੰਦਾ ਮਹਾਰਾਜ ਮੈਨੂੰ ਮਾਫ ਕਰ ਦਿਓ ਤੇ ਇਹ ਤੁਹਾਡਾ ਦੋਸ਼ੀ, ਇਹਨੂੰ ਲੈ ਲਓ। ਮਹਾਰਾਜ ਕਹਿੰਦੇ ਸਾਰੇ ਪੁਆੜੇ ਦੀ ਜੜ ਹੈ ਤੂੰ, ਤੇਰੇ ਨਾਲ ਨਿਬੜਾਂਗੇ ਪ੍ਰਲੋਕ ਵਿੱਚ ਜਾ ਕੇ, ਸਾਡਾ ਦੋਸ਼ੀ ਸਾਨੂੰ ਦੇ ਦੇ। ਭਾਈ ਵਿਧੀ ਚੰਦ ਬਦਲ ਕਹਿੰਦੇ ਮਹਾਰਾਜ ਕਿਤੇ ਮਾਫ ਹੀ ਨਾ ਕਰਦੇ ਨੇ ਇਹਨੂੰ। ਉਸੇ ਟਾਈਮ ਉਹਨੂੰ ਫੜ ਕੇ ਉਹਦੇ ਕੰਨ ਦੇ ਨੱਕ ਦੇ ਵਿੱਚ ਨਕੇਲ ਪਾ ਲਈ
ਫਿਰ ਖਾਲਸਾ ਜੀ ਦਿੱਲੀ ਦੇ ਲਾਹੌਰ ਦੀ ਗਲੀ ਗਲੀ ਵਿੱਚ ਫੇਰਿਆ ਸੀ ਤੇ ਜਿੱਥੇ ਜਾਂਦਾ ਸੀ ਉਹਦੇ ਸਿਰ 'ਚ ਛਿੱਤਰ ਪੈਂਦੇ ਸੀ। ਜਦੋਂ ਲਾਹੌਰ ਲੈ ਕੇ ਆਂਦਾ ਗਿਆ ਨਾ ਲਾਹੌਰ, ਹਾਂਜੀ, ਤੇ ਉਸ ਤੋਂ ਪਹਿਲਾਂ ਜਦੋਂ ਲਾਹੌਰ ਲੈ ਕੇ ਆਏ ਤੇ ਜਿਹੜਾ ਉਹਦਾ ਨਾਂ ਸੀ ਗੁਰਦੱਤਾ, ਜਿਹਦੇ ਤੋਂ ਮਹਾਰਾਜ ਦੇ ਸਿਰ ਵਿੱਚ ਰੇਤਾ ਪਾਉਂਦਾ ਰਿਹਾ ਸੀ, ਉਹਦਾ ਨਾਂ ਸੀ ਗੁਰਦੱਤਾ ਭੜਕੂੰਜਾ। ਉਹਦੇ ਕੋਲ ਜਿਹੜੇ ਬੇਲਚੇ ਦੇ ਨਾਲ ਰੇਤਾ ਪਾਉਂਦਾ ਨਾ, ਬੇਲਚਾ ਸਾਂਭ ਕੇ ਰੱਖਿਆ ਸੀ। ਉਹਦੇ ਮਨ ਨੂੰ ਸ਼ਾਂਤੀ ਨਹੀਂ ਸੀ ਵੀ ਇਸ ਪਾਪੀ ਨੇ ਮੈਥੋਂ ਪਾਪ ਕਰਾਇਆ, ਕਿ ਮੇਰੇ ਹੱਥ ਲੱਗ ਜਾ, ਮੈਂ ਇਹਦੇ ਸਿਰ 'ਚੋਂ ਮਾਰ ਕੇ ਉਹਦੀ ਜਾਨ ਕੱਢਣੀ, ਮਾਰਨਾ ਉਹਨੂੰ। ਅੱਛਾ, ਗੁਰਦੱਤਾ ਵੀ ਆਇਆ ਸੀ। ਗੁਰਦੱਤਾ ਉੱਥੇ ਪੱਕ ਜਦੋਂ ਗਏ ਨਾ ਲਾਹੌਰ ਗਏ, ਹਾਂਜੀ ਹਾਂਜੀ, ਜਦੋਂ ਉਹਦੇ ਘਰ ਦੇ ਕੋਲੋਂ ਲੰਘਣ ਲੱਗੇ, ਮਾਰ ਰੋਲਾ ਪਿਆ ਹੋਇਆ ਵੀ ਚੰਦੂ ਦੇ ਨੱਕ ਵਿੱਚ ਨਕੇਲ ਪਾਈ, ਬਹੁਤ ਬੁਲਾ ਦਾ ਹਾਲ ਸੀ, ਇਹਨੂੰ ਕੁੱਤਿਆਂ ਦੇ ਵਿੱਚ ਬੰਨਿਆ ਜਾਂਦਾ ਸੀ। ਉਹ ਇੰਨੇ ਗੁੱਸੇ ਨਾਲ ਆਇਆ, ਉਹਨੂੰ ਸਾਰਾ ਗੁੱਸਾ ਸੀ, ਉਹਨੇ ਜ਼ੋਰ ਦੇ ਨਾਲ ਬੇਲਚਾ ਫੜ ਕੇ ਉਹਦੇ ਸਿਰ ਵਿੱਚ ਮਾਰਿਆ ਤੇ ਪਾਪੀ ਕੇ ਮਾਰਨੇ ਕੋ ਪਾਪ ਮਾਂ ਮਲੀ, ਚੰਦੂ ਦੀ ਮੌਤ ਹੋ ਗਈ। ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤਸਰ ਪਹੁੰਚਣ ਦੇ ਲੱਖਾਂ ਸੰਗਤਾਂ ਨੇ ਘਿਓ ਦੇ ਦੀਪਮਾਲਾ ਕੀਤੀ ਸੀ। ਖਾਲਸਾ ਜੀ, ਇਹ 400 ਸਾਲੇ ਦਾ ਇਤਿਹਾਸ ਸੁਣਾਉਂਦਿਆਂ ਬਹੁਤ ਭੁੱਲਾਂ ਰਹਿ ਜਾਂਦੀਆਂ ਨੇ। ਪੂਰਾ ਤਾਂ ਆਪ ਹੀ ਪਰਮੇਸ਼ਰ ਭੁੱਲਣੇ ਸਭ ਕੋ। ਜਿਵੇਂ ਮੇਰੇ ਸਤਿਗੁਰੂ ਜੀ ਸਾਹਿਬ ਬੰਦੀ ਛੋੜ ਰਾਜਿਆਂ ਨੂੰ ਰਿਹਾ ਕਰਵਾਇਆ ਤੇ ਉਥੋਂ ਨਿਕਲਦੇ ਆਏ, ਤੇ ਚੌਂਕੀ ਵੀ ਉਥੋਂ ਦੀ, ਚੌਂਕੀ ਦੀ ਪ੍ਰਥਾ ਵੀ ਉਥੋਂ ਚੱਲੀ। ਤੇ ਇਹਦੇ ਨਾਲ ਇੱਕ ਹੋਰ ਗੱਲ ਕਿ ਜਿਹੜੇ ਅਸੀਂ ਇਨਸਾਨੀ ਜਾਮੇ ਵਿੱਚ ਜਿਹੜੇ ਅਸੀਂ ਇਨਸਾਨ ਆਪਣੇ ਆਪ ਨੂੰ ਕਹਿਲਾਉਂਦੇ ਆ, ਸਾਡੇ ਅੰਦਰ ਵਿੱਚ ਵੀ ਕਈ ਬੰਦ ਵਸੇ ਹੋਏ ਨੇ। ਆਪਾਂ ਇਹਨਾਂ ਬੰਦਾਂ ਨੂੰ ਵੀ ਕਿਵੇਂ ਅਸੀਂ ਮਾਰਗ ਦੇ ਚਰਨਾਂ ਵਿੱਚ ਅਰਦਾਸ ਕਰੀਏ, ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਬੰਦੀ ਛੋੜੋ। ਪਿਤਾ ਜੀ, ਤੁਸੀਂ ਪਹਿਲੇ ਸਰੂਪ ਵਿੱਚ ਬਾਬਰ ਦੀ ਵਿੱਚ ਚੱਕੀਆਂ ਪੀਰ ਹੈ, ਪਤਾ ਨਹੀਂ ਕਿੰਨੇ ਕੈਦੀਆਂ ਨੂੰ ਰਿਹਾ ਕਰਵਾਇਆ। ਮਹਾਰਾਜ ਛੇਵੇਂ ਸਰੂਪ 'ਚ 52 ਰਾਜੇ ਰਿਹਾ ਕਰਵਾਏ। ਤੇ ਸੱਚੇ ਪਾਤਸ਼ਾਹ ਜੀ, ਹੁਣ ਵੀ ਤੁਹਾਡੇ ਚਰਨਾਂ 'ਚ ਬੇਨਤੀ ਹੈ, ਪਤਾ ਨਹੀਂ ਕਿੰਨੇ ਤੁਹਾਡੇ ਸਿੱਖ ਜਿਹੜੇ ਧਰਮ ਦੀ ਖਾਤਰ ਜੇਲ੍ਹਾਂ ਵਿੱਚ ਜੂਝ ਰਹੇ ਨੇ, ਜਿਨ੍ਹਾਂ ਦੀਆਂ ਜੇਲ੍ਹਾਂ ਪੂਰੀਆਂ ਹੋ ਚੁੱਕੀਆਂ, ਮਹਾਰਾਜ ਉਹਨਾਂ ਨੂੰ ਵੀ ਰਿਹਾ ਕਰੋ। ਸੱਚੇ ਪਾਤਸ਼ਾਹ, ਅਸੀਂ ਵੀ ਬੰਦੀ ਖਾਨੇ ਵਿੱਚ ਪਏ, ਮੋਹ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ। ਸੱਚੇ ਪਾਤਸ਼ਾਹ ਜੀ, ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਵੀ ਨਾਮ ਬਾਣੀ ਦਾ ਪਤਾ ਫੜਾ ਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਕੇ ਤੇ ਆਪ ਕਿਰਪਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ, ਵੱਧ ਤੋਂ ਵੱਧ ਨਿਤਨੇਮ ਦੀਆਂ ਦਾਤਾਂ ਸਿੱਖਾਂ ਸੰਗਤਾਂ ਨੂੰ ਬਖਸ਼ੋ। ਤੇ ਮਹਾਰਾਜ ਆਪਦੇ ਚਰਨਾਂ ਵਿੱਚ ਬੇਨਤੀ ਹੈ, ਪ੍ਰਵਾਨ ਕਰਿਓ। ਲੇਖੇ ਕਤੇ ਨਾ ਛੁਟੀਏ, ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਮ ਪਾਰ ਉਤਾਰ। ਸੋ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਜਿਹੜਾ ਨਹੀਂ ਭੁੱਲਦਾ ਸੀ ਭੁੱਲਣਹਾਰ ਹਾਂ ਜੀ। ਸੋ ਇਤਿਹਾਸ ਸੁਣਾਉਂਦਿਆਂ ਤੋਂ ਬਹੁਤ ਭੁੱਲਾਂ ਹੋਈਆਂ ਗਈਆਂ, ਭੁੱਲਾਂ ਨਾਲ ਚਤਾਰਨਿਆਂ, ਬਦਨ ਗੁਰੂ ਕੇ ਜਾਣ ਕੇ ਮਨ ਵਿੱਚ ਵਸਾਉਣੇ ਜੀ। ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਨੂੰ ਬੰਦੀ ਛੋੜ ਦਿਵਸ ਦੀਆਂ ਲੱਖਾਂ ਲੱਖਾਂ ਵਧਾਈਆਂ ਹੋਣ ਸਾਰਿਆਂ ਨੂੰ। ਦੇਖਦੇ ਰਹਿਣਾ ਪੰਜਾਬੀ ਵਿਰਾਸਤ ਚੈਨਲ, ਕਮੈਂਟ ਜ਼ਰੂਰ ਕਰਨਾ। ਧੰਨਵਾਦ ਸਾਰਿਆਂ ਦਾ। ਇੱਕ ਵਾਰ ਫਿਰ ਗਿਆਨੀ ਗੁਰਮੀਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਤੇ ਨਿੱਘਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।